ਵੀ ਉਹ 3000 ਦੀ ਬੱਚਿਆਂ ਦੀ ਗਿਣਤੀ ਤੋਂ ਘੱਟ ਕੋਈ ਕਾਲਜ ਜਾਂ ਯੂਨੀਵਰਸਿਟੀ ਨਹੀਂ ਹੋਣੀ, ਉਦੋਂ ਵੱਡੀਆਂ ਯੂਨੀਵਰਸਿਟੀਆਂ। ਪ੍ਰਧਾਨ ਮੰਤਰੀ ਮੋਦੀ ਦਾ ਇੱਕ ਬਿਆਨ ਆਇਆ ਸੀ, ਉਹ ਕਹਿੰਦਾ ਵੀ ਗਵਰਨਮੈਂਟ ਹੈਜ਼ ਨੋ ਬਿਜ਼ਨਸ ਟੂ ਬੀ ਇਨ ਬਿਜ਼ਨਸ, ਕਿ ਸਰਕਾਰ ਦਾ ਕੋਈ ਕੰਮ ਨਹੀਂ ਕਾਰੋਬਾਰ ਚਲਾਉਣਾ, ਕਿ ਕਾਲਜ ਇੰਡੀਪੈਂਡੈਂਟ ਹੋਣਗੇ, ਉਹਨਾਂ ਨੂੰ ਆਪਣਾ ਅਧਿਕਾਰ ਹੋਏਗਾ, ਆਪਣੀਆਂ ਡਿਗਰੀਆਂ ਵੀ ਵੰਡ ਸਕਣਗੇ, ਕਿ ਇਹ ਅਮਰੀਕਾ ਦੇ ਮਾਡਲ ਦੇ ਮੁਤਾਬਕ ਅਸੀਂ ਸਾਰੀ ਸਿੱਖਿਆ ਨੂੰ ਢਾਲ ਰਹੇ ਹਾਂ। ਇਹ ਹਾਇਰ ਐਜੂਕੇਸ਼ਨ ਦਾ ਖਾਸ ਤੌਰ 'ਤੇ ਵੀ ਉਹ ਨਿਕਲ ਜਾਣੀ ਹੈ, ਜਿਹੜਾ ਉਹਨੂੰ ਅਫੋਰਡ ਕਰ ਸਕਦਾ ਉਹ ਹਾਸਲ ਕਰ ਸਕੇਗਾ, ਜਿਹੜਾ ਨਹੀਂ ਅਫੋਰਡ ਕਰ ਸਕਦਾ ਉਹ ਕਹਿੰਦੇ ਲੋਅਰ ਥੱਲੇ ਤੁਸੀਂ ਛੋਟੇ ਮੋਟੇ ਕੰਮ, ਇਹ ਪਾਲਿਸੀ ਜੀ ਸੈੱਟ ਕਰ ਹਰ ਖੇਤਰ ਜਾਏ ਕਿ ਤੁਸੀਂ ਟੀਚਰ ਕਿਵੇਂ ਭਰਤੀ ਕਰਨਾ, ਕਿੰਨੀ ਤਨਖਾਹ ਦੇਣੀ ਹੈ, ਕੀ ਉਹਨਾਂ ਦੀਆਂ ਵਰਕਿੰਗ ਕੰਡੀਸ਼ਨਾਂ ਨੇ। ਕਾਲਜਾਂ ਦੇ ਵਿੱਚ ਵੀ ਗਵਰਨਮੈਂਟ ਆਪ ਖੁਦ ਉੱਥੋਂ ਵਿਦਡਰਾ ਕਰਕੇ, ਇਸ ਖੇਤਰ 'ਚੋਂ ਵਿਦਡਰਾ ਕਰਕੇ, ਤੇ ਉਹ ਇਸ ਤਰੀਕੇ ਨਾਲ ਇਸ ਖੇਤਰ ਨੂੰ ਚਲਾਉਣਾ ਚਾਹੁੰਦੀ ਹੈ ਤਾਂ ਕਿ ਉਹ ਕਾਰਪੋਰੇਟ ਅਦਾਰੇ ਜਿਹੜੇ ਆ ਉਹ ਕਿਸਮ ਦਾ ਉਹਦੀ ਪ੍ਰਾਈਵੇਟੇਸ਼ਨ ਜਾਂ ਨਿੱਜੀਕਰਨ ਹੋ ਜਾਣਾਗਾ। ਗਵਰਨਮੈਂਟ ਦਾ ਜਿਹੜਾ ਪੋਲੀਟੀਕਲ ਏਜੰਡਾ ਜੋ ਚੱਲ ਰਿਹਾ, ਜੋ ਡਿਕਲੇਅਰਡ ਹੈ, ਉਹ ਸਾਨੂੰ ਪ੍ਰਾਈਵੇਟ ਅਦਾਰੇ ਚਲਾਉਣ, ਅਸੀਂ ਤਾਂ ਕਾਨੂੰਨ ਬਣਾਉਣਾ। ਜਿਹੜੇ ਹੁਣ ਚੱਲਦੇ ਆ ਸਕੂਲ, ਜਿਵੇਂ ਹਰ ਪਿੰਡ ਦੇ ਵਿੱਚ ਸਕੂਲ ਆ, ਇਹ ਸਕੂਲ ਚੱਲਦੇ ਰਹਿਣਗੇ ਜਾਂ ਇਹਨਾਂ ਨੂੰ ਹੌਲੀ ਹੌਲੀ ਬੰਦ ਕਰ ਦਿੱਤਾ ਜਾਊਗਾ? ਸਵਾਗਤ ਹੈ ਤੁਹਾਡਾ ਪ੍ਰਾਈਮ ਟਾਕ ਪੰਜਾਬ ਤੇ। ਅੱਜ ਇੱਕ ਨਵੀਂ ਵੀਡੀਓ ਦੇ ਨਾਲ ਅਸੀਂ ਹਾਜ਼ਰ ਹੋਏ ਹਾਂ। ਕਿਸੇ ਵੀ ਦੇਸ਼ ਦੇ ਲਈ, ਕਿਸੇ ਵੀ ਸਟੇਟ ਦੇ ਲਈ ਦੋ ਚੀਜ਼ਾਂ ਅਹਿਮ ਹੁੰਦੀਆਂ ਨੇ, ਸਿੱਖਿਆ ਅਤੇ ਸਿਹਤ। ਤੇ ਸਿੱਖਿਆ ਦੇ ਵਿਸ਼ੇ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਅੱਜ ਮੌਜੂਦ ਨੇ ਯਸ਼ਪਾਲ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰਾਈਮ ਟਾਕ ਪੰਜਾਬ ਤੇ। ਜੀ ਸ਼ੁਕਰੀਆ ਜੀ। ਅੱਜ ਅਸੀਂ ਜਿਹੜੀ ਗੱਲਬਾਤ ਸਾਡੇ ਦੇ ਨਾਲ ਕਰਨ ਜਾ ਰਹੇ ਹਾਂ ਉਹ ਵਿਸ਼ਾ ਹੈ ਸਾਡਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020। ਯਸ਼ਪਾਲ ਜੀ ਬਾਰੇ ਮੈਂ ਦੱਸਦੇ ਹਾਂ ਕਿ ਇਹ ਵਰਗ ਚੇਤਨਾ ਮੰਚ ਦੇ ਜਿਹੜੇ ਇਸ ਸਮੇਂ ਸਰਗਰਮ ਇੱਕ ਮੈਂਬਰ ਨੇ, ਫਾਊਂਡਰ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਕਿਉਂਕਿ ਜਿਹੜਾ ਵਰਗ ਚੇਤਨਾ ਰਸਾਲਾ 1975 ਤੋਂ ਸ਼ੁਰੂ ਹੋਇਆ ਸੀ, ਜਿਹੜਾ ਉਹ ਵੱਖ-ਵੱਖ ਰੂਪਾਂ ਦੇ ਵਿੱਚ ਰਸਾਲਾ ਮੈਗਜ਼ੀਨ ਜਾਂ ਪੁਸਤਕ ਅੰਕ ਦੇ ਵਿੱਚ ਛਪਦਾ ਆ ਰਿਹਾ, ਤੇ ਹੁਣ ਵੀ ਜਿਹੜਾ ਡਿਜੀਟਲ ਰੂਪ ਦੇ ਵਿੱਚ ਉਹ ਲੋਕਾਂ ਦੇ ਸਾਹਮਣੇ ਹਾਜ਼ਰ ਰਹਿੰਦਾ। ਤਾਂ ਅੱਜ ਸਰ ਸਾਨੂੰ ਤੁਸੀਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਗਵਰਨਮੈਂਟ ਆਫ ਇੰਡੀਆ ਲਾਗੂ ਕਰਨ ਜਾ ਰਹੀ ਆ, ਉਹਦੇ ਬਾਰੇ ਦੱਸੋ ਵੀ ਕੀ ਇਹ ਆਮ ਲੋਕਾਂ ਦੇ ਲਈ ਜਾਂ ਜਿਹੜੀਆਂ ਸਾਡੀਆਂ ਨਸਲਾਂ ਨੇ ਆਉਣ ਵਾਲੀਆਂ ਉਹਨਾਂ ਦੇ ਲਈ ਇਹ ਬੈਨੀਫੀਸ਼ੀਅਲ ਆ ਜਾਂ ਇਹ ਨੁਕਸਾਨਦਾਇਕ ਆ? ਦੇਖੋ ਜੀ, ਆਪਣੇ ਜਿਹੜੀ ਹੁਣ ਵਾਲੀ ਐਜੂਕੇਸ਼ਨ ਪਾਲਿਸੀ ਹੈ ਜੀ, ਜਿਹਨੂੰ ਅੰਗਰੇਜ਼ੀ ਦੇ ਵਿੱਚ NEP ਦੇ ਨਾਂ ਨਾਲ NEP 20 ਜੀ, ਹਾਂ, ਇਹ ਇਸ ਵੇਲੇ ਤਾਂ ਇਹ NEP ਦਾ ਮਤਲਬ ਨੈਸ਼ਨਲ ਐਜੂਕੇਸ਼ਨ ਪਾਲਿਸੀ ਜੀ 2020 ਹੈ ਜੀ। ਪਰ ਜਦੋਂ ਇਹ ਬਾਹਰ ਆਈ ਸੀ, ਇਹਦਾ ਡਰਾਫਟ ਬਾਹਰ ਆਇਆ ਸੀ ਜੀ, ਉਸ ਵੇਲੇ ਨਿਊ ਐਜੂਕੇਸ਼ਨ ਪਾਲਿਸੀ ਦਾ ਮਤਲਬ ਉਹਨੂੰ ਕਿਹਾ ਜਾਂਦਾ ਸੀ। ਹਾਂ, ਇਹ 2016 ਦੇ ਵਿੱਚ ਜਦੋਂ ਗਵਰਨਮੈਂਟ ਜਿਹੜੀ ਹੈ, ਇਹ ਜਿਹੜੀ ਮੌਜੂਦਾ ਸਰਕਾਰ ਮੋਦੀ ਸਰਕਾਰ ਹੈ BJP ਦੀ ਅਗਵਾਈ ਵਾਲੀ, ਇਹ 2014 ਦੇ ਵਿੱਚ ਜਦੋਂ ਬਣੀ ਹੈ, ਤਾਂ ਇਹਨਾਂ ਨੇ ਉਸ ਵੇਲੇ ਤੋਂ ਹੀ ਇਹ ਇੱਕ ਪ੍ਰੋਸੈਸ ਸ਼ੁਰੂ ਕੀਤਾ ਹੋਇਆ ਕਿ ਅਸੀਂ ਸਿੱਖਿਆ ਨੀਤੀ ਜਿਹੜੀ ਪਹਿਲੀ ਚੱਲਦੀ ਹੈ ਉਹ ਸਿੱਖਿਆ ਨੀਤੀ ਤਬਦੀਲ ਕਰਨੀ ਹੈ। ਉਹਨਾਂ ਦੇ ਨਜ਼ਰੀਏ ਤੋਂ ਜਿਹੜੀ ਪਹਿਲੀ ਸਿੱਖਿਆ ਨੀਤੀ ਦੇ ਵਿੱਚ ਖਾਮੀਆਂ ਨੇ, ਕਮਜ਼ੋਰੀਆਂ ਨੇ, ਉਹ ਠੀਕ ਨਹੀਂ, ਤਾਂ ਵੀ ਨਵੀਂ ਸਿੱਖਿਆ ਨੀਤੀ ਜਿਹੜੀ ਪੁਰਾਣੀ ਨੂੰ ਬਦਲ ਕੇ ਅਸੀਂ ਕਰਨਾ ਹੈ। ਤੇ ਉਹਨਾਂ ਨੇ 14 ਦੇ ਵਿੱਚ ਹੀ ਇਹ ਸ਼ੁਰੂ ਕਰ ਲਿਆ ਸੀ, ਆਪਣਾ ਪ੍ਰੋਸੈਸ ਅਮਲ ਸ਼ੁਰੂ ਕਰ ਰਿਹਾ ਸੀ। ਠੀਕ ਹੈ ਜੀ। ਇਹ ਜਿਹੜੀ ਆਪਣੇ ਹੁਣ ਤੱਕ ਲਾਗੂ ਸੀ, ਇਹ 1986 ਵਾਲੀ ਲਾਗੂ ਸੀ? ਇਹ ਜਿਹੜੀ ਇਸ ਤੋਂ ਪਹਿਲਾਂ ਮੁੱਖ ਤੌਰ ਤੇ 1986 ਦੀ ਜਿਹੜੀ ਪਾਲਿਸੀ ਹੈ, ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ ਤਾਂ ਉਦੋਂ ਬਾਹਰ ਆਈ ਸੀ 1986 ਦੀ ਜਿਹੜੀ ਪਾਲਿਸੀ, ਉਹ ਸਿੱਖਿਆ ਨੀਤੀ ਦੇ ਤੌਰ ਤੇ, ਜਿਸ ਤਰ੍ਹਾਂ ਹੁਣ ਡਾਕੂਮੈਂਟ ਜਿਹੜੇ ਬਾਹਰ ਆਏ ਨੇ ਉਸ ਤਰ੍ਹਾਂ ਉਦੋਂ ਵੀ ਚੈਲੰਜ ਆਫ ਐਜੂਕੇਸ਼ਨ ਦੇ ਨਾਂ ਤੇ ਉਹਨਾਂ ਨੇ ਇੱਕ ਡਾਕੂਮੈਂਟ ਜਾਰੀ ਕੀਤਾ ਸੀ, ਜਿਹਦੇ 'ਚ ਉਹਦੀਆਂ ਸਾਰੀਆਂ ਸਿੱਖਿਆ ਨੀਤੀ ਦੇ ਅੱਡ-ਅੱਡ ਮਤਲਬ ਜਿਹੜੇ ਆ ਉਹਦਾ ਆਰਗੇਨਾਈਜੇਸ਼ਨ ਜਿਹੜਾ ਕਿਸ ਤਰ੍ਹਾਂ ਹੋਏਗਾ, ਪ੍ਰਾਇਮਰੀ ਤੋਂ ਲੈ ਕੇ ਕਿਹੜੀਆਂ ਕਲਾਸਾਂ ਹੋਣਗੀਆਂ, ਸੈਕੰਡਰੀ ਦੀਆਂ ਕਿਹੜੀਆਂ ਹੋਣਗੀਆਂ। ਤਾਂ ਪਹਿਲਾਂ ਜੋ ਚੱਲਦਾ ਸੀਗਾ, ਜਿਸ ਤਰ੍ਹਾਂ ਹਾਇਰ ਸੈਕੰਡਰੀ ਵਾਲਾ ਸਿਸਟਮ ਜਿਹੜਾ
ਉਹ ਪਹਿਲਾਂ ਨਹੀਂ ਸੀ ਹੁੰਦਾ। ਪਹਿਲਾਂ ਮੈਟ੍ਰਿਕ ਤੱਕ ਜਿਹੜੇ ਸਿਸਟਮ ਚੱਲਦੇ ਹੁੰਦੇ ਸੀ ਉਹਦੇ 'ਚ ਮੈਟ੍ਰਿਕ ਤੋਂ ਤੇ ਨਾਲ ਜਿਹੜੀਆਂ ਅਧਿਆਪਕਾਂ ਦੀਆਂ ਕੈਟਾਗਰੀਆਂ ਉਹ ਵੀ ਸੀਮਤ ਸੀ, ਮਤਲਬ ਪ੍ਰਾਇਮਰੀ ਟੀਚਰ, ਕਲਾਸੀਕਲ ਟੀਚਰ ਤੇ ਉਸ ਤੋਂ ਬਾਅਦ ਮਾਸਟਰ ਕਾਡਰ। ਤਾਂ ਸਕੂਲਾਂ ਦੇ ਵਿੱਚ ਲੈਕਚਰਰ ਵੀ ਨਹੀਂ ਹੁੰਦੇ ਸੀ, ਲੈਕਚਰਰ ਕਾਲਜਾਂ 'ਚ ਹੁੰਦੇ ਸੀ। ਤਾਂ ਉਹ 86 ਦੇ ਵਿੱਚ ਉਹ ਪਿਛਲਾ ਥੋੜ੍ਹਾ ਉਹਨੂੰ ਚੇਂਜ ਕਰਕੇ ਉਹਨਾਂ ਨੇ ਜਿਹੜਾ ਹਾਇਰ ਸੈਕੰਡਰੀ ਦਾ ਜਿਹੜਾ ਕਨਸੈਪਟ ਲੈ ਕੇ ਆਂਦਾ, ਪ੍ਰਾਇਮਰੀ ਸਕੂਲਾਂ ਉਹਦਾ ਵੀ ਕਿਹੜੀਆਂ ਕਲਾਸਾਂ ਪ੍ਰਾਇਮਰੀ 'ਚ ਹੋਣਗੀਆਂ, ਅਪਰ ਪ੍ਰਾਇਮਰੀ ਹੋਏਗਾ, ਜਿਹਦੇ 'ਚ ਉਸ ਵੇਲੇ ਹੀ ਇਹ ਹੌਲੀ ਹੌਲੀ ਉਸੇ ਨਾਲ ਹੀ ਜੁੜ ਕੇ ਸਰਵ ਸਿੱਖਿਆ ਅਭਿਆਨ ਤੇ ਇਸ ਤਰ੍ਹਾਂ ਦੇ ਜਿਹੜੇ ਅਲਪਕਾਲੀ ਜਿਹੜੀਆਂ ਜੋ ਯੋਜਨਾਵਾਂ ਨੇ ਇਹ ਸ਼ੁਰੂ ਹੋਈਆਂ। ਤਾਂ ਉਹ 86 ਦੀ ਜਿਹੜੀ ਪਾਲਿਸੀ ਹੈ, ਉਸ ਪਾਲਿਸੀ 'ਚ ਜੋ ਪਹਿਲਾਂ ਸਿਸਟਮ ਚੱਲਦਾ ਸੀ ਵੀ ਕਿਹੜੀਆਂ ਕਲਾਸਾਂ ਜਿਹੜੀਆਂ ਹੋਣਗੀਆਂ, ਕਿਹੜੀ ਆਪਣਾ 10ਵੀਂ 12ਵੀਂ 11ਵੀਂ ਜਿਹੜੇ ਉਹ ਉਸ 86 ਦੀ ਪਾਲਿਸੀ ਚੱਲ ਰਹੀ ਸੀ ਪਹਿਲਾਂ, ਜਿਹੜਾ ਜੋ ਉਹਦਾ ਢਾਂਚਾ ਸਾਰਾ ਸਿੱਖਿਆ ਨੀਤੀ ਦਾ ਢਾਂਚਾ ਵੀ ਤੇ ਉਹਦਾ ਜਿਹੜਾ ਫਰੇਮਵਰਕ ਕੀ ਹੈ, ਸਿਲੇਬਸ ਕਿਸ ਤਰ੍ਹਾਂ ਹੋਣਾ ਹੈਗਾ, ਕਿਤਾਬਾਂ ਕਿਵੇਂ ਛਪਣੀਆਂ, ਜਿਹਦੇ 'ਚ ਸੰਸਥਾਵਾਂ ਜਿਹੜੀਆਂ UGC ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵਗੈਰਾ ਜਾਂ ਜਿਹੜੇ ਥੱਲੇ ਹੋਰ ਅਦਾਰੇ ਬਣੇ ਹੋਏ ਨੇ, ਜਿਹੜਾ ਥੱਲੇ ਵੀ ਸਿਸਟਮ ਜਿਹੜਾ ਉਹਨੂੰ ਸਕੂਲ ਐਜੂਕੇਸ਼ਨ ਨੂੰ ਕਿਵੇਂ ਚਲਾਉਣਾ ਹੈਗਾ, ਜਿਹੜੇ ਦਫ਼ਤਰ ਨੇ ਆਪਣੇ CO ਦਾ ਦਫ਼ਤਰ, DO ਦਾ ਦਫ਼ਤਰ, ਇਹ ਸਾਰਾ ਉਸ 86 ਦੀ ਪਾਲਿਸੀ ਦੇ ਨਾਲ ਜੁੜਿਆ ਹੋਇਆ। ਤਾਂ ਉਹ ਪਾਲਿਸੀ ਚੱਲਦੀ ਸੀ। ਹੁਣ ਇਹਨਾਂ ਨੇ 2014 ਤੋਂ ਸ਼ੁਰੂ ਕੀਤਾ, ਜਿਹਦੇ 'ਚ ਉਹਨਾਂ ਨੇ ਇੱਕ ਕਮੇਟੀ ਬਿਠਾਈ ਜਿਹੜੀ ਬਹੁਤੀ ਉਹਦੀ ਪ੍ਰੋਪਗੈਂਡਾ ਪ੍ਰਚਾਰ ਨਹੀਂ ਹੋਇਆ ਸੀ, ਪਰ ਜਦੋਂ ਉਹਨਾਂ ਨੇ ਰਿਪੋਰਟ ਦਿੱਤੀ, TR ਸੁਬਰਾਮਨੀਅਮ ਇੱਕ IAS ਅਫਸਰ, ਉਹਦੀ ਅਗਵਾਈ ਵਾਲੀ, ਤਾਂ ਸੁਬਰਾਮਨੀਅਮ ਕਮੇਟੀ ਦੇ ਨਾਂ 'ਤੇ ਇੱਕ ਡਾਕੂਮੈਂਟ ਜਾਰੀ ਕੀਤਾ, ਛੋਟਾ ਜਿਹਾ ਡਾਕੂਮੈਂਟ ਸੀਗਾ ਤੇ ਉਹਦੀਆਂ ਬਹੁਤੀ ਕੋਈ ਬਾਹਰ ਸਰਕੂਲੇਟ ਨਹੀਂ ਹੋਈ। ਕੁਛ ਉਹਦੀਆਂ ਜਿਹੜੀਆਂ ਥੋੜੇ ਬਹੁਤੇ ਉਹਦੇ ਗੱਲਾਂ ਜਿਹੜੀਆਂ ਬਾਹਰ ਆਈਆਂ ਕਿ 86 ਦੀ ਕੋਈ 2016 ਦੇ ਵਿੱਚ ਸੀ, ਉਹ 16 ਦੀ ਜਿਹੜੀ ਪਾਲਿਸੀ ਗਵਰਨਮੈਂਟ ਕੋਲੇ ਜਦੋਂ ਉਹ ਡਾਕੂਮੈਂਟ ਗਿਆ ਤਾਂ ਇਹਨਾਂ ਨੂੰ ਲੱਗਿਆ ਵੀ ਕੁਛ ਗੱਲਾਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਉਹਨਾਂ ਦੇ ਆਪਣੇ ਏਜੰਡੇ ਦੇ ਜਾਂ ਆਪਣੀ ਪਾਲਿਸੀ ਆਪਣੀ ਨੀਤੀ ਦੇ ਹਿਸਾਬ ਨਾਲ ਉਹ ਉਹਨਾਂ ਨੂੰ ਨਹੀਂ ਜਚੀਆਂ। ਉਹਨਾਂ ਨੇ ਉਹ 16 ਵਾਲੀ ਜਿਹੜੀ ਹੈ ਇੰਪਲੀਮੈਂਟ ਨਹੀਂ ਕੀਤੀ, ਨਾ ਹੀ ਬਹੁਤੀ ਕੋਈ ਸਰਕੂਲੇਟ ਕੀਤੀ। ਫਿਰ ਉਹਨਾਂ ਨੇ ਇੱਕ ਉਸ ਤੋਂ ਬਾਅਦ 16 ਤੋਂ ਬਾਅਦ ਫਿਰ ਇੱਕ ਹੋਰ ਕਮੇਟੀ ਜਿਹੜੀ ਪੁਲਾੜ ਵਿਗਿਆਨੀ ਕਸਤੂਰੀ ਰੰਜਨ, ਜਿਹੜਾ ਡਾਕਟਰ ਕਸਤੂਰੀ ਰੰਜਨ ਦੀ ਅਗਵਾਈ ਵਾਲੀ, ਉਹ ਬਣਾਈ, ਉਸ ਨੂੰ ਇਹ ਕਾਰਜ ਦਿੱਤਾ। ਤੇ ਨਾਲ ਉਹਨਾਂ ਨੇ ਆਪਣੇ ਮਿਨਿਸਟਰੀ ਨੇ MHR ਮਿਨਿਸਟਰੀ ਜਿਹੜੀ ਹਿਊਮਨ ਰਿਸੋਰਸ ਮਿਨਿਸਟਰੀ ਹੈ ਸੈਂਟਰ ਦੀ, ਉਹਨਾਂ ਨੇ ਗਾਈਡਲਾਈਨਸ ਜਿਹੜੀਆਂ ਦਿੱਤੀਆਂ ਵੀ ਇਹਨੂੰ ਇਹਨਾਂ ਲਾਈਨਾਂ ਦੇ ਉੱਤੇ ਤੁਸੀਂ ਆਪਣੀ ਰਿਪੋਰਟ ਕੋਈ ਦਿਓ। ਉਹਨਾਂ ਨੇ ਆਪਦੇ ਫਰੇਮਵਰਕ ਬਣਾ ਕੇ ਦਿੱਤਾ। ਤਾਂ ਉਹ ਡਾਕਟਰ ਕਸਤੂਰੀ ਰੰਜਨ ਜਿਹੜਾ ਪੁਲਾੜ ਵਿਗਿਆਨੀ, ਉਹਦੀ ਜਿਹੜੀ ਰਿਪੋਰਟ ਹੈ ਉਹ ਉਹਨਾਂ ਨੇ ਇੱਕ ਡਰਾਫਟ ਰਿਪੋਰਟ ਜਿਹੜਾ 2019 ਦੇ ਵਿੱਚ ਜਾਰੀ ਕੀਤਾ। ਇੱਕ ਉਹ ਡਰਾਫਟ ਖਰੜਾ ਉਸ ਕਮੇਟੀ ਦਾ ਜਿਹੜਾ 484 ਪੇਜਾਂ ਦਾ ਲਗਭਗ ਇਸ ਤਰ੍ਹਾਂ ਦਾ ਸੀਗਾ, ਵੱਡੇ ਵੱਡੇ ਪੇਜ ਸੀਗੇ, ਉਹ ਬਾਹਰ ਆਇਆ। ਉਸ ਵੇਲੇ ਲੋਕਾਂ ਨੂੰ ਪਤਾ ਲੱਗਿਆ ਵੀ ਕੋਈ ਇਸ ਤਰ੍ਹਾਂ ਦੀ ਕੋਈ ਨਵੀਂ ਪਾਲਿਸੀ ਜਿਹੜੀ ਆਈ ਹੈ। ਉਹਦੇ ਵਿੱਚ ਮੁੱਖ ਤੌਰ 'ਤੇ ਉਹ ਗੱਲਾਂ ਜਿਹੜੀਆਂ ਉਹਦਾ ਪ੍ਰੀਫੇਸ ਉਹਦਾ ਇੱਕ ਦਿੱਤਾ ਹੋਇਆ ਸੀ, ਉਹਨੂੰ ਪ੍ਰੀਐਂਬਲ, ਜਿਵੇਂ ਆਪਣੇ ਕਨਸਟੀਟਿਊਸ਼ਨ ਦਾ ਪ੍ਰੀਐਂਬਲ ਦਿੱਤਾ ਹੈ, ਪ੍ਰਸਤਾਵਨਾ ਜਿਹਨੂੰ ਆਪਾਂ ਕਹਿੰਦੇ ਆ, ਉਹ ਇੱਕ ਪ੍ਰੀਐਂਬਲ ਲਾਇਆ ਹੋਇਆ ਸੀਗਾ ਵੀ ਇਹਦੀਆਂ ਮੁੱਖ ਗੱਲਾਂ, ਬੁਨਿਆਦੀ ਗੱਲਾਂ ਕੀ ਹੈ, ਕਿਸ ਲਾਈਨ ਦੇ ਉੱਤੇ ਸਾਡੀ ਐਜੂਕੇਸ਼ਨ ਪਾਲਿਸੀ ਹੋਣੀ ਹੈ। ਉਹ ਇੱਕ ਉਹਦਾ ਕੁਝ ਪੇਜਾਂ ਦਾ ਉਹ ਸੀਗਾ। ਬਾਕੀ ਕੋਈ ਹੋਰ ਜਿਹੜੇ ਚੈਪਟਰ 23-24 ਚੈਪਟਰ ਜਿਹੜੇ ਆ ਵੱਡੀ, ਉਹ 2019 'ਚ ਆਈ। ਇਹਦੇ 'ਤੇ ਉਸ ਵੇਲੇ ਕੁਛ ਗੱਲਾਂ ਚੱਲੀਆਂ, ਡਿਸਕਸ਼ਨ ਚੱਲੀ, ਲੋਕਾਂ ਨੇ ਵੀ ਦੇਖਿਆ ਵੀ ਕੀ ਆ ਗਿਆ ਨਵੀਂ, ਬਿਲਕੁਲ ਟੋਟਲ ਪਹਿਲੇ ਸਿਸਟਮ ਨੂੰ ਬਦਲ ਕੇ ਜਿਹੜੀਆਂ ਕੁਛ ਲਾਗੂ ਕਰਨ ਜਾ ਰਹੇ ਨੇ। ਤਾਂ ਉਸੇ ਦਾ ਹੀ ਰੂਪ ਜਿਹੜਾ ਇਹਨਾਂ ਨੇ ਫਿਰ ਇੱਕ ਉਸ ਡਰਾਫਟ ਤੋਂ ਬਾਅਦ ਇੱਕ ਸੈਂਟਰ ਦੀ ਜਿਹੜੀ ਸਿੱਖਿਆ ਮੰਤਰਾਲਿਆ, ਉਹਨਾਂ ਨੇ ਇੱਕ ਫਿਰ ਜਾਰੀ ਕੀਤਾ ਇੱਕ ਡਾਕੂਮੈਂਟ 55 ਪੇਜਾਂ ਦਾ। ਉਹ ਡਾਕੂਮੈਂਟ ਜਿਹੜਾ 2020 'ਚ ਆਇਆ, ਉਸ ਤੋਂ ਪਹਿਲਾਂ ਫਿਰ ਇੱਕ ਉਦੋਂ ਬਾਅਦ ਤੀਸਰਾ ਡਾਕੂਮੈਂਟ ਜਿਹੜਾ ਫਾਈਨਲ ਡਾਕੂਮੈਂਟ ਜਿਹੜੀ ਹੈ ਗਵਰਨਮੈਂਟ ਦੀ, ਸੈਂਟਰਲ ਗਵਰਨਮੈਂਟ ਦੀ ਮਨਜ਼ੂਰੀ ਨਾਲ, MHR ਮਿਨਿਸਟਰੀ ਨਾਲ, ਉਹ ਜਿਹੜਾ ਡਾਕੂਮੈਂਟ ਜਾਰੀ ਹੋਇਆ ਉਹ NAP 20 ਜਿਹੜਾ ਉਹ ਇਸ ਵੇਲੇ ਮਤਲਬ ਜਿਹੜਾ ਇੰਪਲੀਮੈਂਟ ਉਹ ਹੋ ਰਿਹਾ ਹੈ। ਇਹ ਤੁਹਾਡੀ ਗੱਲ ਵਿਚਕਾਰ ਹੈ ਜੀ। ਜੇ ਆਪਾਂ ਮੋਟੇ ਸ਼ਬਦਾਂ 'ਚ ਦੇਖੀਏ ਇਹਨੂੰ ਤਾਂ ਇਹ 1986 ਦੇ ਨਾਲੋਂ ਇਹਦਾ
ਵੱਖਰਾ ਕੀ ਹੈ, ਨਵਾਂ ਕੀ ਲੈ ਕੇ ਆ ਰਹੇ ਹੈ, ਕਿਹੜੇ ਮੁੱਦੇ ਤੇ ਇਹਦੇ 'ਚ ਤਬਦੀਲੀ ਕੀਤੀ ਜਾ ਰਹੀ ਹੈ ਕਿ ਜੀ ਆਹ ਖਾਸ ਪੁਆਇੰਟ ਆ ਜਿਹੜੇ ਅਸੀਂ 86 'ਚ ਨਹੀਂ ਸੀ ਚੰਗੇ, ਹੁਣ ਇਹਨਾਂ ਨੂੰ ਅਸੀਂ ਤਬਦੀਲ ਕਰਕੇ ਆ ਕਰ ਰਹੇ ਹਾਂ। ਉਹਨਾਂ ਨੇ ਜਿਹੜੀ ਤਾਂ ਇੱਕ ਉਹਨਾਂ ਨੇ ਇਸ ਸਿੱਖਿਆ ਨੀਤੀ ਨੂੰ ਜੇ ਅਸੀਂ ਪੜ੍ਹੀਏ ਤਾਂ ਉਹ ਉਹਨਾਂ ਨੇ ਇੱਕ ਸ਼ਬਦ ਜਿਹੜੇ ਉਹਦੀ ਪ੍ਰਸਤਾਵ ਉਹਦੀ ਜਿਹੜੀ ਪ੍ਰੀਫੇਸ ਲਿਖਿਆ ਹੋਇਆ ਹੈ ਕਿ ਅਸੀਂ ਇਹ ਪਹਿਲੀ ਜੀ ਮੁੱਢੋਂ ਸੁੱਢੋਂ ਜਿਹੜੀ ਬਦਲ ਦੇਣੀ ਹੈ। ਅੱਛਾ ਜੀ। ਉਹਨਾਂ ਨੇ ਮਤਲਬ ਜੇ ਅਸੀਂ ਪਿਛਲੀ ਪਾਲਿਸੀ ਨੂੰ ਟੋਟਲ ਚੇਂਜ ਕਰਨਾ, ਉਹ ਟੋਟਲ ਚੇਂਜ ਦੇ ਵਿੱਚ ਦੋ ਤਿੰਨ ਗੱਲਾਂ ਨੇ। ਇੱਕ ਤਾਂ ਇੱਕ ਸਟਰਕਚਰਲ ਚੇਂਜ ਜਿਹੜੀ ਕਰਨੀ ਹੈ। ਹਾਂਜੀ। ਵੀ ਸਟਰਕਚਰਲ ਚੇਂਜ ਦਾ ਵੀ ਸਿਸਟਮ ਜਿਹੜਾ ਹੈਗਾ ਕਿ ਤੁਸੀਂ ਤੁਹਾਡੀਆਂ ਕਲਾਸਾਂ ਕਿਸ ਤਰ੍ਹਾਂ ਹੋਣਗੀਆਂ, ਤੁਹਾਡੇ ਜਿਹੜੇ ਆ ਸਾਰੀ ਬਾਈਫਰਕੇਸ਼ਨ ਕਿਵੇਂ ਹੋਏਗਾ, ਸਿਲੇਬਸ ਕੀ ਹੋਏਗਾ, ਕਰਿਕੂਲਮ ਜਿਹੜਾ ਸਾਰਾ ਕੀ ਹੋਏਗਾ, ਇਹ ਸਾਰਾ ਚੇਂਜ ਕਰਨਾ। ਜਿਸ ਤਰ੍ਹਾਂ ਹੁਣ ਉਹਨਾਂ ਨੇ ਇਹਦੇ ਵਿੱਚ ਇਹ ਗਾਈਡਲਾਈਨ ਦਿੱਤੀ ਕਿ ਜਿਸ ਤਰ੍ਹਾਂ ਹੁਣ ਯੂਨੀਵਰਸਿਟੀਆਂ ਚੱਲਦੀਆਂ ਨੇ ਇਸ ਤਰ੍ਹਾਂ ਯੂਨੀਵਰਸਿਟੀਆਂ ਨਹੀਂ ਚੱਲਣੀਆਂ। ਹਰ ਜਿਸ ਤਰ੍ਹਾਂ ਹਾਇਰ ਐਜੂਕੇਸ਼ਨ ਦੀ ਅਸੀਂ ਗੱਲ ਕਰਦੇ ਹਾਂ ਵੀ ਅੱਗੇ ਤੋਂ ਆਉਣ ਵਾਲੇ ਸਮੇਂ ਤੋਂ ਵੀ ਉਹਨਾਂ ਨੇ ਇੱਕ ਟਾਈਮ ਪੀਰੀਅਡ ਜਿਹੜਾ ਦਿੱਤਾ ਹੈ 5 ਸਾਲ ਦਾ ਕਿਸੇ ਗੱਲ ਵਾਸਤੇ, ਕਿਸੇ ਸਾਲ ਦੇ 10 ਸਾਲ ਦਾ, ਵੀ 2030 ਤੱਕ ਦਾ ਇੱਕ ਕਨਸੈਪਟ ਦਿੱਤਾ ਹੈ ਕਿ ਅੱਗੇ ਤੋਂ ਯੂਨੀਵਰਸਿਟੀਆਂ ਜਿਹੜੀਆਂ 3000 ਜਾਂ ਕਾਲਜ ਵੀ ਇਸ ਤਰ੍ਹਾਂ ਦੇ ਜਿਹੜੇ ਹੈ ਵੀ ਉਹ 3000 ਦੀ ਬੱਚਿਆਂ ਦੀ ਗਿਣਤੀ ਤੋਂ ਘੱਟ ਕੋਈ ਕਾਲਜ ਜਾਂ ਯੂਨੀਵਰਸਿਟੀ ਨਹੀਂ ਹੋਣੀ, ਉਦੋਂ ਵੱਡੀਆਂ ਯੂਨੀਵਰਸਿਟੀਆਂ ਹੋਣਗੀਆਂ। ਉਹਨਾਂ ਦੇ ਵਿੱਚ ਜਿਹੜਾ ਹੁਣ ਚੱਲਦਾ ਸਿਸਟਮ ਜਿਹੜਾ ਹੈਗਾ ਵੀ ਅੱਡ ਜਿਸ ਤਰ੍ਹਾਂ ਕਿਸੇ ਇੱਕ ਸਬਜੈਕਟ ਨਾਲ ਜੁੜੀ ਕੋਈ ਕਾਲਜ ਜਾਂ ਯੂਨੀਵਰਸਿਟੀ ਹੈ, ਮੈਡੀਕਲ ਕਾਲਜ ਉਹ ਮੈਡੀਕਲ ਦਾ ਅੱਡ ਬਣ ਗਿਆ। ਇਸ ਤਰ੍ਹਾਂ ਟੈਕਨੀਕਲ ਯੂਨੀਵਰਸਿਟੀ ਹੈ ਉਹ ਟੈਕਨੀਕਲ ਮਤਲਬ ਜਿਹੜੇ ਕਾਲਜ ਵੀ ਉਹਦੇ ਨਾਲ ਉਸ ਤਰ੍ਹਾਂ ਜੁੜੇ ਹੋਏ ਨੇ। ਇਹ ਸਾਰਾ ਕਨਸੈਪਟ ਤੋੜ ਦੇਣਾ ਵੀ ਮਲਟੀ ਡਿਸਪਲਿਨਰੀ ਜਿਹੜੀ ਸਾਰੇ ਜਿਹੜੇ ਹੈ ਵੀ ਇੱਕੋ ਯੂਨੀਵਰਸਿਟੀ ਸਾਰਾ ਕੁਝ ਉਹ ਪੜ੍ਹਾਊਗੀ। ਜਿਸ ਤਰ੍ਹਾਂ ਹੁਣ ਬੀਐਡ ਕਾਲਜ ਨੇ, ਬੀਐਡ ਕਾਲਜ ਟੀਚਿੰਗ ਦਾ ਜਿਹੜਾ ਹੈਗਾ ਉਹ ਵੱਖਰੇ ਕਾਲਜ ਚੱਲਦੇ ਨੇ। ਉਹ ਜਨਰਲ ਕਾਲਜ ਦੇ ਵਿੱਚ ਬੀਐਡ ਦੀ ਪੜ੍ਹਾਈ ਨਹੀਂ ਹੁੰਦੀ, ਉਹ 'ਚ ਮੈਡੀਕਲ ਦੀ ਪੜ੍ਹਾਈ ਨਹੀਂ ਹੁੰਦੀ, ਉਹ 'ਚ ਟੈਕਨੀਕਲ ਦੀ ਪੜ੍ਹਾਈ ਨਹੀਂ ਹੁੰਦੀ, ਉਹ ਇੱਕ ਜਨਰਲ ਕਾਲਜ ਹੈ। ਇਹਨਾਂ ਸਾਰਿਆਂ ਵਾਸਤੇ ਲਾਅ ਕਾਲਜ ਵਗੈਰਾ ਇਹ ਵੱਖਰੇ ਕਾਲਜ ਨੇ, ਯੂਨੀਵਰਸਿਟੀਆਂ ਵੀ ਵੱਖਰੀਆਂ। ਇਹ ਸਾਰਾ ਕਨਸੈਪਟ ਤੋੜ ਕੇ ਅਸੀਂ ਮਲਟੀ ਡਿਸਪਲਿਨਰੀ ਜਿਹੜੀ ਯੂਨੀਵਰਸਿਟੀਆਂ ਮਲਟੀ ਡਿਸਪਲਿਨਰੀ ਕਾਲਜ ਬਣਨਗੇ। ਅੱਛਾ ਜੀ। ਤੇ ਇਹ ਕਾਲਜ ਜਿਹੜੇ ਹੈਗੇ ਆ ਉਹ ਯੂਨੀਵਰਸਿਟੀ ਨਾਲੋਂ ਦੀ ਐਫੀਲੀਏਸ਼ਨ ਨਹੀਂ ਹੋਏਗੀ, ਕਾਲਜ ਇੰਡੀਪੈਂਡੈਂਟ ਹੋਣਗੇ, ਉਹਨਾਂ ਨੂੰ ਆਪਣਾ ਅਧਿਕਾਰ ਹੋਏਗਾ, ਆਪਣੀਆਂ ਡਿਗਰੀਆਂ ਵੀ ਵੰਡ ਸਕਣਗੇ। ਇਸ ਤਰ੍ਹਾਂ ਦਾ ਇੱਕ ਕਨਸੈਪਟ ਜਿਹੜਾ ਬੁਨਿਆਦੀ ਤਬਦੀਲੀ ਜਿਹੜੀ ਹੈ ਵੀ ਉਹ ਵੱਡੀਆਂ ਯਾਨੀ ਛੋਟੇ ਛੋਟੇ ਕਾਲਜ ਜਾਂ ਹੋਰ ਇਹ ਸਾਰਾ ਕੁਝ ਖਤਮ ਕਰਕੇ ਵੱਡੀਆਂ ਯੂਨੀਵਰਸਿਟੀਆਂ ਵੱਡੇ ਕਾਲਜ ਮਿਨੀਮਮ ਇੰਨੀ ਹੈ, ਇਹ ਸਾਰਾ ਕੁਝ ਪੜ੍ਹਾਇਆ ਜਾਊਗਾ। ਹੋਰ ਵੀ ਉਹਦੇ ਨਾਲ ਕਈ ਗੱਲਾਂ ਜੁੜੀਆਂ ਹੋਈਆਂ ਵੀ ਉਹ ਆਪ ਦਾ ਬੱਚੇ ਜਿਹੜੇ ਆ ਉਹ ਇੱਕੋ ਸਿਲੇਬਸ ਦੇ ਨਾਂ 'ਤੇ ਵੱਖ-ਵੱਖ ਸਾਇੰਸ ਅਤੇ ਦੂਜੀਆਂ ਅੱਡ ਜਿਹੜੀਆਂ ਡਿਸਿਪਲਿਨ ਨੇ ਉਹ ਅੱਡ ਲੈ ਸਕਦੇ ਆ, ਚੇਂਜ ਕਰ ਸਕਦੇ ਆ, ਵਿਚਾਲਿਓਂ ਛੱਡ ਸਕਦੇ ਆ। ਇਸ ਤਰ੍ਹਾਂ ਦੀ ਮਤਲਬ ਜਿਹੜੀ ਇੱਕ ਕਹਿ ਲਓ ਵੀ ਇੱਕ ਕਨਸੈਪਟ ਜਿਸ ਤਰ੍ਹਾਂ ਬਾਹਰ ਅਮਰੀਕਾ ਵਗੈਰਾ 'ਚ ਖਾਸ ਤੌਰ 'ਤੇ ਅਮਰੀਕਾ ਦੇ ਵਿੱਚ ਇੱਕ ਮਾਡਲ ਇਸ ਤਰ੍ਹਾਂ ਦੇ ਚੱਲਦੇ ਆ। ਉਹਨਾਂ ਨੇ ਜ਼ਿਕਰ ਵੀ ਕੀਤਾ ਹੈ ਕਿ ਇਹ ਅਮਰੀਕਾ ਦੇ ਮਾਡਲ ਦੇ ਮੁਤਾਬਕ ਅਸੀਂ ਸਾਰੀ ਸਿੱਖਿਆ ਨੂੰ ਢਾਲ ਰਹੇ ਹਾਂ। ਇਹ ਸਟਰਕਚਰਲ ਚੇਂਜਸ ਤਾਂ ਇਸ ਕਿਸਮ ਦੀਆਂ ਜਿਹੜੀਆਂ ਮਤਲਬ ਉਹਨਾਂ ਨੇ ਬੁਨਿਆਦੀ ਕਹਿੰਦੇ ਭਾਵ ਕਿ ਜੇਕਰ ਕੋਈ ਬੱਚਾ ਸਾਇੰਸ ਪੜ੍ਹ ਰਿਹਾ ਤਾਂ ਉਹ ਸਾਇੰਸ ਪੜ੍ਹਦੇ ਹੋਏ ਨਾਲ ਹਿਸਟਰੀ ਪੋਲੀਟੀਕਲ ਪੜ੍ਹਨਾ ਚਾਹੁੰਦਾ ਤਾਂ ਇਹ ਉਹਨੂੰ ਇਹ ਕੁਛ ਇਹਨਾਂ ਨੇ ਇਹਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਜਿਹੜੀ ਹੈ ਦਿੱਤੀ ਹੋਈ ਹੈ। ਤੇ ਜਿਹੜੇ ਕਾਲਜ ਆ ਉਹ ਜੇਕਰ ਇੰਡੀਪੈਂਡੈਂਟ ਹੋ ਜਾਣਗੇ ਤਾਂ ਉਹਨਾਂ ਤੇ ਚੈੱਕ ਫਿਰ ਕੌਣ ਰੱਖੇਗਾ? ਉਹ ਤਾਂ ਫਿਰ ਬਹੁਤ ਸਾਰੀਆਂ ਉਹਦੇ 'ਚ ਕਮੀਆਂ ਵੀ ਆਉਣ ਦੀ ਹੋਏਗੀ ਖਦਸ਼ਾ ਕਿ ਡਿਗਰੀਜ਼ ਕੋਈ ਜਾਲੀ ਵੰਡ ਦੇਣੀਆਂ, ਜਿੱਦਾਂ ਹੁਣ ਕਈ ਯੂਨੀਵਰਸਿਟੀਆਂ ਵੀ ਆ ਜਿਹੜੀਆਂ ਫੇਕ ਡਿਗਰੀਜ਼ ਪ੍ਰੋਵਾਈਡ ਕਰ ਦਿੰਦੀਆਂ ਨੇ ਬੱਚਿਆਂ ਨੂੰ। ਤਾਂ ਜੇ UGC ਉਹਨਾਂ ਨੂੰ ਕੋਈ ਚੈੱਕ ਹੀ ਨਹੀਂ ਹੋਏ ਰੱਖੇਗੀ ਤਾਂ ਉਹਦੇ ਲਈ ਫਿਰ ਕੀ ਕੋਈ ਪ੍ਰਾਵਧਾਨ ਹੈ ਇਹਦੇ ਵਿੱਚ? ਇਹ ਸਿਸਟਮ ਉਹਦੇ 'ਚ ਹੀ ਗੱਲਾਂ ਨਾ, ਉਹ ਕਾਲਜ ਵਾਲਿਆਂ ਨੂੰ ਆਪਦੇ ਇੰਡੀਪੈਂਡੈਂਟ ਇਖਤਿਆਰ ਦੇਤੇ। ਕਾਲਜ ਆਪਣੇ ਆਪ ਦੇ ਵਿੱਚ ਮਤਲਬ ਜਿਸ ਤਰ੍ਹਾਂ ਯੂਨੀਵਰਸਿਟੀ ਚੱਲਦੀ ਹੈ ਇਸ ਤਰ੍ਹਾਂ ਕਾਲਜ ਆਪਣੇ ਆਪ 'ਚ ਚੱਲਣਗੇ। ਤਾਂ ਉਹ ਇਹੀ ਹੈ ਨਾ, ਜਦੋਂ ਤੁਸੀਂ ਟੋਟਲ ਉਹਦਾ ਸਾਰਾ ਵੀ ਦਾ ਇਸ ਤਰ੍ਹਾਂ ਦਾ ਕਰਨ ਪਿੱਛੇ ਮੰਤਵ ਕੀ ਹੈ? ਯਾਨੀ ਆਪਾਂ ਇੱਕ ਗੱਲ ਜਿਹੜੀ ਹੈ ਜਦੋਂ ਐਜੂਕੇਸ਼ਨ ਦੀ ਉਹ ਗੱਲ ਕਰਦੇ ਹਾਂ ਕਿਉਂਕਿ ਆਪਾਂ ਇਸ ਤੋਂ ਪਹਿਲਾਂ ਕਿ ਸਾਰੇ ਉਹਦੇ ਵਿੱਚ ਐਜੂਕੇਸ਼ਨ ਪਾਲਿਸੀ 'ਚ ਹੈ ਕੀ, ਐਜੂਕੇਸ਼ਨ ਪਾਲਿਸੀ ਦੇ ਉਹਦੀਆਂ ਲਿਖਿਆ ਕੀ ਹੈ, ਕਿਸ ਤਰ੍ਹਾਂ ਕਰਨਾ ਚਾਹੁੰਦੇ, ਇਹ ਇੱਕ ਸੈਪਰੇਟ ਇਸ਼ੂ ਹੈ। ਪਰ ਇੱਕ ਗੱਲ ਆਪਾਂ ਨੂੰ ਇਹ ਸਮਝ ਕੇ ਅਸੀਂ ਸਮਝਦੇ ਹਾਂ, ਅਸੀਂ ਆਪਣੀ ਵਰਗ ਚੇਤਨਾ ਵੱਲੋਂ ਅਸੀਂ ਇਹ ਗੱਲ ਜਿਹੜੀ ਡਾਕੂਮੈਂਟ ਵੀ ਲਿਖੇ ਨੇ, ਲੀਫਲੇਟ ਵੀ ਛਾਪੇ, ਇਹਦੇ 'ਤੇ ਬੜਾ ਕੁਝ ਲਿਖਿਆ, ਆਰਟੀਕਲ ਵਗੈਰਾ ਵੀ ਜਦੋਂ ਗੌਰਮੈਂਟ ਕੋਈ ਆਪਣੀ ਪਾਲਿਸੀ ਲਾਗੂ ਕਰਨਾ ਚਾਹੁੰਦੀ ਹੈ, ਕੋਈ ਆਪਣੀ ਦਸਤਾਵੇਜ਼ ਕੋਈ ਜਾਰੀ ਕਰਦੀ ਹੈ, ਸਾਨੂੰ
ਉਹਨਾਂ ਦੇ ਵਿੱਚ ਉਸ ਦਸਤਾਵੇਜ਼ 'ਚ ਲਿਖਿਆ ਕੀ ਹੈ, ਉਸ ਦਸਤਾਵੇਜ਼ 'ਚ ਕਹਿ ਕੀ ਰਹੇ ਨੇ, ਇਹਦੇ ਨਾਲੋਂ ਕਿ ਗਵਰਨਮੈਂਟ ਜਿਹੜੀ ਹੈ ਉਹਦਾ ਆਪਣਾ ਪੋਲੀਟੀਕਲ ਏਜੰਡਾ ਕੀ ਹੈ, ਗਵਰਨਮੈਂਟ ਉਹਦੀ ਨੀਤੀ ਫਰੇਮਵਰਕ ਕੀ ਹੈ, ਉਹ ਹੋਰ ਖੇਤਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਪਾਲਿਸੀ ਲਾਗੂ ਕਰ ਰਹੇ ਹੈ, ਉਸ ਨੂੰ ਸਾਨੂੰ ਉਸ ਸੰਦਰਭ 'ਚ ਰੱਖ ਕੇ ਜਦੋਂ ਅਸੀਂ ਦੇਖਾਂਗੇ ਤਾਂ ਸਾਨੂੰ ਉਹ ਗੱਲਾਂ ਜਿਹੜੀਆਂ ਲੱਗਣੀਆਂ। ਲਿਖਤ ਦੇ ਵਿੱਚ ਡਾਕੂਮੈਂਟ 'ਚ ਹੁੰਦਾ ਵੀ ਅਸੀਂ ਮੰਨ ਲਓ ਵੀ ਅਸੀਂ ਉਹ ਇੱਕ ਗੱਲ ਜਿਹੜੀ ਆ ਗਈ ਕਿ ਅਸੀਂ ਇਹ ਜਿਹੜੇ ਆਟੋਨਮਸ ਹੋਣਗੇ ਸਾਰੇ ਅਦਾਰੇ ਜਿਹੜੇ ਆ, ਯੂਨੀਵਰਸਿਟੀਆਂ ਆਟੋਨਮਸ ਹੋਣਗੀਆਂ, ਕਾਲਜ ਆਟੋਨਮਸ ਹੋਣਗੇ, ਉਹਨਾਂ ਨੂੰ ਆਟੋਨਮਸ ਦਾ ਮਤਲਬ ਆਟੋਨਮਸ ਤੇ ਨਾਲ ਸੈਲਫ ਡਿਪੈਂਡੈਂਟ ਹੋਣਗੇ, ਸਵੈ ਨਿਰਭਰ ਹੋਣਗੇ। ਵੀ ਆਪਣੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਠੀਕ ਹੈ ਆਟੋਨਮੀ ਤਾਂ ਲੋਕ ਮੰਗਦੇ ਆ ਵੀ ਆਟੋਨਮੀ ਹੋਵੇ, ਆਪਣੇ ਆਪ ਚਲਾ ਸਕਣ, ਦਖਲਅੰਦਾਜ਼ੀ ਨਾ ਹੋਵੇ। ਉਹ ਇਸ ਨਾਂ ਦੇ ਉੱਤੇ ਕਈ ਗੱਲਾਂ ਜਿਹੜੀਆਂ ਲੱਗਦੀਆਂ ਵੀ ਆਟੋਨਮੀ ਤਾਂ ਹੋਣੀ ਚਾਹੀਦੀ ਹੈ, ਪਰ ਜਦੋਂ ਤੁਸੀਂ ਟੋਟਲ ਫਰੇਮਵਰਕ ਦੇ ਵਿੱਚ ਉਹ ਸਰਕਾਰ ਦੀਆਂ ਨੀਤੀਆਂ ਨੂੰ ਦੇਖੋਗੇ ਵੀ ਉਹ ਆਟੋਨਮੀ ਕਾਹਦੇ ਵਾਸਤੇ ਆਟੋਨਮੀ ਕਹਿੰਦੇ ਆ, ਉਹਨਾਂ ਦਾ ਆਪਣਾ ਏਜੰਡਾ ਜੋ ਚੱਲ ਰਿਹਾ ਹੈ ਪਿਛਲੇ ਸਾਲਾਂ ਦਾ, ਜਾਂ ਜੋ ਡਿਕਲੇਅਰਡ ਏਜੰਡਾ ਹੈਗਾ, ਉਹ ਹੋਰ ਖੇਤਰਾਂ 'ਚ ਇਕਨੋਮਿਕ ਖੇਤਰ ਦੇ ਵਿੱਚ ਕਿਸ ਤਰ੍ਹਾਂ ਏਜੰਡਾ ਚੱਲ ਰਿਹਾ ਵੀ ਇਕਨੋਮਿਕ ਖੇਤਰ 'ਚੋਂ ਸਾਰੀਆਂ ਜਿੰਨੀਆਂ ਇੰਸਟੀਟਿਊਸ਼ਨਸ ਨੇ, ਜਿੰਨੀਆਂ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਨੇ, ਚਾਹੇ ਉਹ ਇਲੈਕਸ਼ਨ ਕਮਿਸ਼ਨ ਹੈ, ਚਾਹੇ ਜੁਡੀਸ਼ਰੀ ਹੈ, ਚਾਹੇ ਆਪਣੀ ਈਡੀ ਹੈ, ਉਹ ਏਜੰਸੀਆਂ ਜਿਹੜੀਆਂ ਹੈਗੀਆਂ, ਜਾਂ ਕੋਈ ਵੀ ਜਿਹੜੇ ਇਹੋ ਜਿਹੇ ਅਦਾਰੇ ਜਿਹੜੇ ਸੰਵਿਧਾਨਕ ਅਦਾਰੇ ਨੇ, ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਸਾਰਿਆਂ ਦਾ ਉਸ ਸੈਂਟਰਲਾਈਜੇਸ਼ਨ ਹੋ ਰਹੀ ਹੈ। ਟੋਟਲ ਕੰਟਰੋਲ ਮਤਲਬ ਜਿਹੜਾ ਸੈਂਟਰ ਦੇ ਅਧੀਨ ਕਰ ਰਹੇ ਨੇ। ਕਈ ਥਾਵਾਂ 'ਤੇ ਰਾਜਾਂ ਦੇ ਵਿੱਚ ਜਿਹੜੇ ਅਧਿਕਾਰ ਹੈ, ਉਹਨਾਂ ਰਾਜਾਂ ਦੇ ਅਧਿਕਾਰ ਜਿਹੜੇ ਹੈਗੇ ਉਹ ਬਾਈਪਾਸ ਕਰਕੇ ਕਾਨੂੰਨ ਬਣਾਏ ਜਾ ਰਹੇ ਨੇ। ਜਿਸ ਤਰ੍ਹਾਂ ਖੇਤੀ ਕਾਨੂੰਨ ਦਾ ਹੈ, ਖੇਤੀ ਦਾ ਮਸਲਾ ਰਾਜਾਂ ਦੇ ਅਧਿਕਾਰ 'ਚ ਹੈ, ਐਜੂਕੇਸ਼ਨ ਵੀ ਜਿਹੜਾ ਰਾਜਾਂ ਦੇ ਅਧਿਕਾਰ ਦੇ ਵਿੱਚ ਉਹਦੇ ਕੰਕਰੈਂਟ ਲਿਸਟ 'ਚ ਆਉਂਦਾ ਹੈ। ਪਰ ਜਿਹੜੀ ਪਾਲਿਸੀਆਂ ਜਿਹੜੀਆਂ ਅੱਡ-ਅੱਡ ਖੇਤਰਾਂ 'ਚ ਬਣਾਈਆਂ ਜਾ ਰਹੀਆਂ ਨੇ, ਉਹ ਪਾਲਿਸੀਆਂ ਰਾਜਾਂ ਦੀ ਮਰਜ਼ੀ ਤੋਂ ਬਿਨਾਂ, ਉਹਨਾਂ ਨਾਲ ਡਿਸਕਸ਼ਨ ਤੋਂ ਬਿਨਾਂ, ਜਾਂ ਜਿਹੜੇ ਕੁਛ ਅਦਾਰੇ ਇਹੋ ਜਿਹੇ ਸਾਂਝੇ ਬਣੇ ਆ ਉਹਨਾਂ ਨੂੰ ਬਾਈਪਾਸ ਕਰਕੇ ਉਹ ਆਪਣੀ ਸੈਂਟਰਲ ਪਾਲਿਸੀ ਮੁਤਾਬਕ ਬਣਾਏ ਜਾ ਰਹੇ ਨੇ, ਤੇ ਉਹ ਅਧਿਕਾਰ ਸੈਂਟਰ ਦੇ ਦਿੱਤੇ। ਜਦੋਂ ਅਸੀਂ ਇਹ ਕਰਦੇ ਵੀ ਅਧਿਕਾਰ ਉਹ ਸੈਂਟਰ ਆਪਦੇ ਕੋਲੇ ਰਹਿ ਰਿਹਾ ਤੇ ਉਸ ਤੋਂ ਬਾਅਦ ਦੂਜੇ ਪਾਸੇ ਅਸੀਂ ਉਹਨਾਂ ਨੂੰ ਕਹਿੰਦੇ ਵੀ ਆਟੋਨਮੀ ਦੀ ਗੱਲ ਕਰਦੇ ਆ, ਇਹ ਯਾਨੀ ਇੱਕ ਕਿਸਮ ਦਾ ਕਿਹਾ ਹੋਰ ਕਿਹਾ ਜਾਂਦਾ ਏਜੰਡਾ ਹੋਰ ਹੈ, ਜਿਹਦੇ 'ਚ ਆਟੋਨਮੀ ਦੇਣ ਦੀ ਥਾਂ 'ਤੇ ਜਦੋਂ ਅਸੀਂ ਯੂਨੀਵਰਸਿਟੀ ਦੀ ਗੱਲ ਉਹਨਾਂ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਆਟੋਨਮੀ ਕੀ ਹੈ ਵੀ ਤੁਸੀਂ ਚਲਾਓ ਤੇ ਤੁਸੀਂ ਆਪਣੇ ਆਪ ਫੀਸਾਂ ਵੀ ਤੁਸੀਂ ਤੈਅ ਕਰੋ, ਜਿੰਨੀ ਫੀਸ ਤੁਸੀਂ ਰੱਖਣੀ ਹੈ ਤੁਸੀਂ ਰੱਖੋ, ਤੇ ਪ੍ਰਬੰਧ ਜਿਹੜਾ ਹੈਗਾ ਵੀ ਉੱਥੇ ਬਜਾਏ ਪ੍ਰਬੰਧ ਉਹਨਾਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਬਜਾਏ ਪ੍ਰਿੰਸੀਪਲ ਚਲਾਉਣ, ਐਜੂਕੇਸ਼ਨਿਸਟ ਚਲਾਉਣ, ਜਾਂ ਉਧਰ ਯੂਨੀਵਰਸਿਟੀਆਂ ਨੂੰ ਜਿਹੜੇ ਹੈ ਬਜਾਏ ਵਾਈਸ ਚਾਂਸਲਰ ਚਲਾਉਣ। ਉਹ ਉਸ ਪਾਲਿਸੀ ਦਾ ਹੀ ਹਿੱਸਾ ਹੈ ਕਿ ਉਹਨਾਂ ਨੂੰ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਫਿਰ ਬੋਰਡ ਆਫ ਡਾਇਰੈਕਟਰ ਜਿਵੇਂ ਕਾਰਪੋਰੇਟ ਅਦਾਰੇ ਚੱਲਦੇ ਆ ਉਹ ਚਲਾਉਣਗੇ। ਉਹਨਾਂ ਦੇ ਅਧਿਕਾਰ ਖੇਤਰ ਜਾਏ ਕਿ ਤੁਸੀਂ ਟੀਚਰ ਕਿਵੇਂ ਭਰਤੀ ਕਰਨਾ, ਕਿੰਨੀ ਤਨਖਾਹ ਦੇਣੀ ਹੈ, ਕੀ ਉਹਨਾਂ ਦੀਆਂ ਵਰਕਿੰਗ ਕੰਡੀਸ਼ਨਾਂ ਨੇ ਕਾਲਜਾਂ ਦੇ ਵਿੱਚ ਵੀ ਤੇ ਉੱਧਰ ਵੀ, ਤੇ ਨਾਲ ਤੁਸੀਂ ਕਿੰਨੀ ਫੀਸ ਲੈਣੀ ਹੈ ਉਹ ਤੁਸੀਂ ਕਰਨੀ ਹੈ। ਬਈ ਜਿਹੜਾ ਮਤਲਬ ਹੈ ਵੀ ਇਹ ਖੇਤਰ ਖਾਸ ਤੌਰ ਤੇ ਐਜੂਕੇਸ਼ਨ ਦਾ, ਇਹ ਖੇਤਰ ਜਿਹੜਾ ਪਬਲਿਕ ਵੈਲਫੇਅਰ ਦਾ ਖੇਤਰ ਹੈ, ਲੋਕਾਂ ਨੂੰ ਮਤਲਬ ਜਿਹੜੀ ਹੈ ਵੀ ਤੁਸੀਂ ਸਿੱਖਿਆ ਦੇਣੀ ਹੈ, ਉਹ ਸਿੱਖਿਆ ਜਿਹੜੀ ਹੈ ਉਹਦੇ 'ਚ ਉਹ ਰਾਹ ਬੰਦ ਕਰਕੇ ਵੀ ਉਹ ਕਾਰਪੋਰੇਟ ਅਦਾਰੇ ਜਿਹੜੇ ਹੈ, ਕਿਉਂਕਿ ਐਡੇ ਅਦਾਰੇ ਜਿਹੜੇ ਕਾਰਪੋਰੇਟ ਅਦਾਰੇ ਹੀ ਚਲਾ ਸਕਦੇ ਆ, ਉਹ ਕੋਈ ਉਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਸੰਸਥਾਵਾਂ ਵੀ ਨਹੀਂ ਚਲਾ ਸਕਦੀਆਂ। ਗਵਰਨਮੈਂਟ ਆਪ ਖੁਦ ਉੱਥੋਂ ਵਿਦਡਰਾ ਕਰਕੇ, ਇਸ ਖੇਤਰ 'ਚੋਂ ਵਿਦਡਰਾ ਕਰਕੇ, ਤੇ ਉਹ ਇਸ ਤਰੀਕੇ ਨਾਲ ਇਸ ਖੇਤਰ ਨੂੰ ਚਲਾਉਣਾ ਚਾਹੁੰਦੀ ਹੈ ਤਾਂ ਕਿ ਉਹ ਕਾਰਪੋਰੇਟ ਅਦਾਰੇ ਜਿਹੜੇ ਆ ਉਹ ਚਲਾਉਣ, ਤੇ ਉਹ ਚਲਾ ਕੇ ਆਪਦੇ ਮੁਤਾਬਕ ਜਿਹੜੀ ਪ੍ਰਾਈਵੇਟ ਕਿਸਮ ਦਾ ਉਹਦੀ ਪ੍ਰਾਈਵੇਟੇਸ਼ਨ ਜਾਂ ਨਿੱਜੀਕਰਨ ਹੋ ਜਾਣਾਗਾ। ਇਹ ਆਟੋਨਮੀ ਦੇ ਨਾਂ 'ਤੇ ਇਸ ਤਰ੍ਹਾਂ ਦੀ ਆਟੋਨਮੀ ਦੇਣਾ ਚਾਹੁੰਦੇ ਆ ਵੀ ਉਹ ਜਿਵੇਂ ਜਿਸ ਤਰ੍ਹਾਂ ਮਰਜ਼ੀ ਜਦੋਂ ਕਿ ਇਹ ਹੈਗਾ ਵੀ ਅਸੀਂ ਜਿਹੜੀਆਂ ਪ੍ਰਾਈਵੇਟ ਇੰਸਟੀਟਿਊਸ਼ਨਸ ਜਿਹੜੀਆਂ ਮਤਲਬ ਹੈ ਵੀ ਉਹਨਾਂ 'ਚ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਕਿ ਉਹ ਸਿੱਖਿਆ ਤੇ ਖੇਤਰ ਦੇ ਹੈਲਥ ਦੇ ਵੀ ਇਸ ਤਰ੍ਹਾਂ ਹੈਲਥ ਵਾਲਾ ਵੀ ਖੇਤਰ ਹੈ ਇਹੋ ਜਿਹਾ ਹੀ ਹੈ। ਇਸ ਕਰਕੇ ਇਹ ਗੱਲ ਜਿਹੜੀ ਹੈ ਵੀ ਇਸ ਤਰ੍ਹਾਂ ਦੇ ਸ਼ਬਦ ਜਾਂ ਇਸ ਤਰ੍ਹਾਂ ਦੇ ਜਿਹੜੇ ਹੈ ਵੀ ਉਹਨਾਂ ਨੂੰ ਸਮਝਣ ਵਾਸਤੇ ਗਵਰਨਮੈਂਟ ਦਾ ਜਿਹੜਾ ਪੋਲੀਟੀਕਲ ਏਜੰਡਾ ਜੋ ਚੱਲ ਰਿਹਾ ਹੈ, ਜੋ ਡਿਕਲੇਅਰਡ ਹੈ, ਉਹ ਸਾਨੂੰ ਸਮਝਣ ਦੀ ਲੋੜ ਹੈ।
ਇਹ ਸਟਰਕਚਰਲ ਜਿਹੜਾ ਚੇਂਜਸ ਜਿਹੜੀਆਂ ਮਤਲਬ ਇਸ ਤਰ੍ਹਾਂ ਦੀਆਂ ਕਰ ਰਹੇ ਹੋ ਰਹੀਆਂ, ਇਹ ਠੀਕ ਹੈ ਵੀ ਇਹ ਬਹੁਤ ਤੇਜ਼ੀ ਨਾਲ ਕਰ ਰਹੇ ਨੇ। ਉਂਝ ਲੜੀ ਜਿਹੜੀ ਹੈ ਇਹ ਨਹੀਂ ਵੀ ਪਿਛਲੀਆਂ ਸਰਕਾਰਾਂ ਜਿਹੜੀਆਂ UPA ਸਰਕਾਰ ਰਹੀ ਹੈ, ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹੈ, ਉਹਨਾਂ ਨੇ ਇਸ ਏਜੰਡੇ ਨੂੰ, ਇਹ ਐਜੂਕੇਸ਼ਨ ਨੂੰ ਇਸ ਤਰੀਕੇ ਨਾਲ ਉਹਦਾ ਨਿੱਜੀਕਰਨ ਤੇ ਹੋਰ ਇਸ ਤਰ੍ਹਾਂ ਦੇ ਕਈ ਮਾਡਲ, ਜਿਸ ਤਰ੍ਹਾਂ ਇੱਕ ਉਹ PP ਮਾਡਲ ਲਿਆਉਂਦੇ ਆ ਜੀ, ਉਹ ਕਹਿੰਦੇ ਵੀ ਸਾਡੇ ਕੋਲੇ ਗਵਰਨਮੈਂਟ ਕੋਲੇ ਪੈਸਾ ਪੂੰਜੀ ਹੈ ਨਹੀਂ, ਅਸੀਂ ਕੀ ਹੈ ਵੀ ਉਹਨਾਂ ਨੂੰ ਜ਼ਮੀਨ ਦੇ ਕੇ ਤੇ ਕਾਲਜ ਸਕੂਲ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਵੀ ਪ੍ਰਾਈਵੇਟ ਅਦਾਰਿਆਂ ਨੂੰ ਉਹ ਚਲਾਉਣ। ਉਹ ਇਸ ਤਰ੍ਹਾਂ ਦਾ PPP ਮਾਡਲ ਦਾ ਮਤਲਬ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਉਹ ਮਾਡਲ ਵੀ ਜਿਹੜਾ ਇੱਕ ਕਿਸਮ ਦਾ ਵੀ ਉਹ ਜਿਹੜੀ ਆ ਉਸ ਮਾਡਲ ਦੇ ਵਿੱਚ ਉਹ ਪ੍ਰੈਕਟੀਕਲੀ ਕੀ ਹੈ ਵੀ ਉਹ ਨਿੱਜੀ ਹੱਥਾਂ ਤੇ ਵੀ ਜਾਂਦੀ ਹੈ, ਜਿਹਦਾ ਮਤਲਬ ਹੈ ਵੀ ਉਹ ਸਿੱਖਿਆ ਦਾ ਜਿਹੜਾ ਖੇਤਰ ਹੈ ਉਹ ਜਿਹੜਾ ਪਬਲਿਕ ਵੈਲਫੇਅਰ ਦਾ ਖੇਤਰ ਹੈ ਵੀ ਉਹ ਪਬਲਿਕ ਦੀ ਭਲਾਈ, ਜਿਹੜਾ ਕੋਈ ਸਮਾਜ ਦੇ ਵਿੱਚ ਹਿੱਸੇ ਨੇ, ਗਰੀਬ ਹਿੱਸੇ ਹੈ ਜਿਹੜੇ ਨਹੀਂ ਅਫੋਰਡ ਕਰ ਸਕਦੇ, ਉਹ ਇਸ ਮਾਡਲ 'ਚ ਜਿਹੜਾ ਲਾਗੂ ਹੋ ਰਿਹਾ ਹੈ ਉਹਦੇ 'ਚ ਉਹਨਾਂ ਦੇ ਹੱਥਾਂ ਦੇ ਵਿੱਚੋਂ ਇਹ ਹਾਇਰ ਐਜੂਕੇਸ਼ਨ ਦਾ ਪਹਿਲਾਂ ਹੀ ਹੁਣ ਵੀ 1986 ਦੀ ਪਾਲਿਸੀ ਨੇ ਇੱਕ ਲਾਈਨ ਡਿਸਾਈਡ ਕਰਤੀ ਸੀ ਕਿ ਹੌਲੀ ਹੌਲੀ ਜਿਹੜੇ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਕੰਸੈਪਟ, ਉਹਨਾਂ ਨੂੰ ਜਿਹੜੀਆਂ ਸਰਕਾਰੀ ਫੰਡ ਦੇਣੇ, ਉਹਨਾਂ ਨੂੰ ਗ੍ਰਾਂਟਾਂ ਦੇਣੀਆਂ, ਇਹ 86 ਦੀ ਪਾਲਿਸੀ ਤੋਂ ਬਾਅਦ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ 86 ਦੀ ਪਾਲਿਸੀ ਨੂੰ ਉਹਦੀ ਕੰਟੀਨਿਊਸ਼ਨ ਹੈ, ਉਹਨੂੰ ਹੋਰ ਸਿਰੇ ਲਾ ਰਹੇ ਨੇ। ਮਤਲਬ ਇਸ ਪਾਲਿਸੀ ਰਾਹੀਂ 86 ਨੇ ਇੱਕ ਮੁੱਢ ਬੰਨਿਆ ਸੀ ਇਹ ਪ੍ਰਾਈਵੇਟੇਸ਼ਨ ਦਾ, ਉਸ ਪਾਲਿਸੀ 'ਚ ਵੀ ਉਹਨੂੰ ਇਹ ਕੰਟੀਨਿਊ ਕਰਕੇ ਹੁਣ ਇਹ ਟੋਟਲ ਦਾ ਟੋਟਲ ਜਿਹੜਾ ਇਹ ਸਾਰਾ ਖੇਤਰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਜਿਹੜਾ ਕਾਰਪੋਰੇਟ ਏਜੰਡਾ ਇਕਨੋਮਿਕ ਖੇਤਰ 'ਚ ਚੱਲ ਰਿਹਾ ਹੈ ਕਿ ਤੁਸੀਂ ਸਾਰੇ ਜਿਹੜੀ ਹੈ ਵੀ ਗਵਰਨਮੈਂਟ ਦਾ ਕੋਈ ਕਾਰਜ ਨਹੀਂ। ਤੁਸੀਂ ਪੜ੍ਹਿਆ ਹੋਣਾ ਜਦੋਂ ਪਿਛਲੇ ਪੀਰੀਅਡ ਸਮੇਂ 'ਚ ਆਪਣੇ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਬਿਆਨ ਆਇਆ ਸੀਗਾ ਜਦੋਂ ਇਹ ਖੇਤੀ ਕਾਨੂੰਨ ਦੀ ਜਦੋਂ ਇਹ ਡਿਸਕਸ਼ਨ ਚੱਲਦੀ ਸੀ, ਉਹ ਕਹਿੰਦਾ ਵੀ ਗਵਰਨਮੈਂਟ ਹੈਜ਼ ਨੋ ਬਿਜ਼ਨਸ ਟੂ ਬੀ ਇਨ ਬਿਜ਼ਨਸ, ਕਿ ਸਰਕਾਰ ਦਾ ਕੋਈ ਕੰਮ ਨਹੀਂ ਕਾਰੋਬਾਰ ਚਲਾਉਣਾ, ਕਾਰੋਬਾਰ ਪ੍ਰਾਈਵੇਟ ਅਦਾਰੇ ਚਲਾਉਣ, ਅਸੀਂ ਤਾਂ ਕਾਨੂੰਨ ਬਣਾਉਣਾ। ਯਾਨੀ ਉਹ ਉਸ ਪਾਲਿਸੀ ਤਹਿਤ ਮਤਲਬ ਜਿਹੜਾ ਹੋਰਾਂ ਖੇਤਰਾਂ ਦੇ ਵਿੱਚ ਵੀ ਲਾਗੂ ਹੋ ਰਹੀ ਹੈ ਤੇ ਇਹ ਐਜੂਕੇਸ਼ਨ ਖੇਤਰ ਜਿਹੜਾ ਪਬਲਿਕ ਖੇਤਰ ਮੇਨਲੀ ਹੁੰਦਾ ਸੀਗਾ 86 ਤੋਂ ਪਹਿਲਾਂ ਮੇਨਲੀ ਹੁੰਦਾ ਸੀ, 86 'ਚ ਇੰਟਰਵੈਂਸ਼ਨ ਹੋਈ, 86 ਦੇ ਵਿੱਚ ਯੂਨੀਵਰਸਿਟੀਆਂ ਜਿਹੜੀਆਂ ਪ੍ਰਾਈਵੇਟ ਬਣਨੀਆਂ ਸ਼ੁਰੂ ਹੋਈਆਂ, ਉਸ ਤੋਂ ਬਾਅਦ ਗ੍ਰਾਂਟਾਂ ਯੂਨੀਵਰਸਿਟੀਆਂ ਨੂੰ ਬੰਦ ਹੋਈਆਂ, ਉਹਨੂੰ ਕਿਹਾ ਵੀ ਤੁਸੀਂ ਆਪ ਵੀ ਆਪਣਾ ਸੋਰਸ ਪੈਦਾ ਕਰੋ, ਮਤਲਬ ਫੀਸਾਂ ਵਧਾਓ। ਉਹ ਜਿਹਦਾ ਮਤਲਬ ਇਹ ਹੈ ਵੀ ਇਹ ਇੱਕ ਸਭ ਤੋਂ ਵੱਡਾ ਜਿਹੜਾ ਕਿ ਜਿਹੜੀ ਲੋਕਾਂ ਨੂੰ, ਜਨ ਸਧਾਰਨ ਨੂੰ, ਲੋਕ ਜਿਹੜੇ ਗਰੀਬ ਤਬਕਾ ਹੈਗਾ ਜਾਂ ਮਿਡਲ ਕਲਾਸ ਹੈ, ਜਿਹੜੇ ਐਜੂਕੇਸ਼ਨ ਜਿਹੜੇ ਲੈ ਸਕਦੇ ਸੀਗੇ ਉਸ ਪਹਿਲੀ ਸਿਸਟਮ ਦੇ ਮੁਤਾਬਕ, ਹੁਣ ਹੌਲੀ ਹੌਲੀ ਜਿਹੜੀ ਹੈ ਇਸ ਨੀਤੀ ਜਿਹੜੀ ਲਾਗੂ ਹੈ ਜਿਹੜੀ ਉਹ ਉਹਨਾਂ ਦੇ ਹੱਥਾਂ ਦੇ ਵਿੱਚੋਂ ਨਾ ਸਿਰਫ ਹੇਠਲੇ ਹਿੱਸਾਂ ਥੱਲੇ ਸਗੋਂ ਜਿਹੜੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਵੀ ਉਹਨਾਂ ਦੇ ਹੱਥੋਂ ਦੇ ਵਿੱਚ, ਉਹਨਾਂ ਦੇ ਹੱਥਾਂ 'ਚੋਂ ਵੀ ਜਾਂ ਇਹ ਜਿਹੜੀ ਹਾਇਰ ਐਜੂਕੇਸ਼ਨ ਦਾ ਖਾਸ ਤੌਰ 'ਤੇ ਵੀ ਉਹ ਨਿਕਲ ਜਾਣੀ ਹੈ। ਜਿਹੜਾ ਉਹਨੂੰ ਅਫੋਰਡ ਕਰ ਸਕਦਾ ਉਹ ਹਾਸਲ ਕਰ ਸਕੇਗਾ, ਜਿਹੜਾ ਨਹੀਂ ਅਫੋਰਡ ਕਰ ਸਕਦਾ ਉਹ ਕਹਿੰਦੇ ਲੋਅਰ ਥੱਲੇ ਤੁਸੀਂ ਛੋਟੇ ਮੋਟੇ ਕੰਮ, ਇਹ ਪਾਲਿਸੀ ਜੀ ਸੈੱਟ ਕਰਤਾ ਵੀ ਕੁਛ ਉਹਦਾ ਸਿਸਟਮ ਹੀ ਐ ਬਣਾਤਾ, ਕੁਛ ਸਿਲੇਬਸ ਜਿਹੜਾ ਕਰਿਕੂਲਮ ਵੀ ਐ ਬਣਾਇਆ ਜਾ ਰਿਹਾ ਹੈ ਉਹਦੇ 'ਚ ਕਿ ਜਿਸ ਕਾਰਿਕਰਮ ਦੇ ਉਹਦੇ ਮੁਤਾਬਕ ਕੁਛ ਆਹ ਵੋਕੇਸ਼ਨਲ ਐਜੂਕੇਸ਼ਨ ਦਾ ਇਹ 'ਚ ਲੈ ਕੇ ਆਏ ਕਿ ਵੋਕੇਸ਼ਨਲ ਐਜੂਕੇਸ਼ਨ ਜਿਹੜੀ ਤੁਸੀਂ ਦਿਓ ਤਾਂ ਕਿ ਕੁਝ ਹਿੱਸਾ ਜਿਹੜਾ ਨਹੀਂ ਅਫੋਰਡ ਕਰ ਸਕਦਾ ਉਹ ਥੱਲੇ ਵਾਲੇ ਜਿਹੜੀਆਂ ਉਹ ਜਿਹੇ ਟ੍ਰੇਡ ਸਿੱਖ ਕੇ ਉਹੀ ਕਰ ਉੱਥੋਂ ਤੱਕ ਰਹਿਣ, ਜਿਹੜੇ ਇਹਦੇ ਕੋਲ ਪੈਸੇ ਆ ਹਾਇਰ ਐਜੂਕੇਸ਼ਨ ਉਹ ਲਵੇ। ਹੁਣ ਇਹ ਇੱਕ ਮਤਲਬ ਜਿਹੜੀ ਬੇਸਿਕ ਗੱਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ, ਪਰ ਅਸੀਂ ਡੀਕੋਡ ਉਹਨੂੰ ਤਾਂ ਕਰ ਸਕਦੇ ਹਾਂ ਜੇ ਅਸੀਂ ਉਹਨਾਂ ਦੇ ਆਪਣੇ ਪਾਲਿਸੀ ਫਰੇਮਵਰਕ 'ਚ ਰੱਖ ਕੇ ਦੇਖਾਂਗੇ ਕਿ ਇੱਕ ਪਾਸੇ ਏਜੰਡਾ ਤੁਸੀਂ ਮੰਨ ਲਓ ਵੀ ਤੁਸੀਂ ਇਹ ਕਹਿ ਦਿੰਦੇ ਹੋ ਕਿ ਅਸੀਂ ਇਸ ਪਾਲਿਸੀ 'ਚ ਲਿਖਿਆ ਹੋਇਆ ਕਿ ਅਸੀਂ 6% ਜਿਹੜਾ ਉਹ GDP ਦਾ ਖਰਚ ਕਰਾਂਗੇ, ਇਹਨੂੰ 6% ਹੌਲੀ ਹੌਲੀ ਹੁਣ ਤਾਂ ਨਹੀਂ ਹੋ ਰਿਹਾ, ਹੌਲੀ ਹੌਲੀ ਵਧਾਵਾਂਗੇ, ਇੰਨੇ % ਜਿਹੜੀ ਇੰਨੇ 25 ਤੱਕ ਇੰਨਾ ਕਰ ਦਿਆਂਗੇ ਵੀ ਪਬਲਿਕ ਐਜੂਕੇਸ਼ਨ ਪਬਲਿਕ ਫੰਡਿੰਗ ਕਰਨੀ ਹੈ। ਦੂਜੇ ਪਾਸੇ ਤੁਸੀਂ ਸਾਰੇ ਖੇਤਰਾਂ ਦੇ ਵਿੱਚ ਪਬਲਿਕ ਖੇਤਰ ਨਾਲੋਂ ਕੱਢ ਕੇ ਸਾਰਾ ਪ੍ਰਾਈਵੇਟ ਕਰ ਰਹੇ ਹੋ। ਐਜੂਕੇਸ਼ਨ ਦੇ ਖੇਤਰ ਨੂੰ ਯਾਨੀ ਉਹ ਇੱਕ ਹੋਰ ਇੱਕ ਕਿਸਮ ਦਾ ਇੰਡਸਟਰੀ ਨਾਲੋਂ ਵੱਧ ਜਿਹੜਾ ਉਹਨਾਂ ਦੀ ਕਾਰਪੋਰੇਟਾਂ ਵਾਸਤੇ ਮੁਨਾਫੇ ਵਾਲਾ ਖੇਤਰ ਬਣਿਆ ਹੋਇਆ ਵੀ ਇਹਨੂੰ ਮਤਲਬ ਜਿਹੜਾ ਕਹਿਣ ਨੂੰ ਉਹ ਕਿਹਾ ਜਾ ਰਿਹਾ ਇੰਪਲੀਮੈਂਟ ਉਹ ਹੋ ਰਿਹਾ। ਇਸ ਕਰਕੇ ਜਦੋਂ ਅਸੀਂ ਉਸ ਡਾਕੂਮੈਂਟ ਨੂੰ ਪੜ੍ਹਦੇ ਹਾਂ ਲਿਖਿਆ ਬਹੁਤ ਕੁਛ ਆ ਉਹਦੇ 'ਚ, ਸ਼ਬਦ ਬੜੇ ਇਹੋ ਜਿਹੇ ਪਾਏ ਹੋਏ ਨੇ
ਇਸ ਤਰ੍ਹਾਂ ਜਿਵੇਂ ਆਟੋਨਮੀ ਦਾ ਜਾਂ ਬਰਾਬਰਤਾ ਦਾ, ਸਮਾਨਤਾ ਸ਼ਬਦ ਵਰਤਿਆ ਹੋਇਆ ਹੈ ਜਾਂ ਇਸ ਤਰ੍ਹਾਂ ਦੇ ਕਈ ਸ਼ਬਦ ਵਰਤੇ ਹੋਣੇ, ਲੋਕਾਂ ਨੂੰ ਲੱਗਦਾ ਵੀ ਠੀਕ ਬੜਾ ਕੁਝ ਕਿਹਾ ਹੋਏਗਾ, ਪਰ ਉਸ ਏਜੰਡੇ ਦੇ ਫਰੇਮਵਰਕ 'ਚ ਦੇਖਾਂਗੇ ਤਾਂ ਅਸੀਂ ਲੱਗਦਾ ਵੀ ਇਹ ਨਹੀਂ ਇੰਪਲੀਮੈਂਟ ਹੋਣਾ, ਇੰਪਲੀਮੈਂਟ ਉਲਟ ਹੋਏਗਾ। ਇਸ ਕਰਕੇ ਯਾਨੀ ਸਾਨੂੰ ਵੀ ਉਹ ਇਸ ਪ੍ਰਸੰਗ 'ਚ ਰੱਖ ਕੇ ਮਤਲਬ ਸਮਝਣਾ ਵੀ ਸਾਡਾ ਜਿਹੜਾ ਸਮਝਣ ਦਾ, ਡੀਕੋਡ ਕਰਨ ਦਾ ਦ੍ਰਿਸ਼ਟੀਕੋਣ ਜਿੰਨਾ ਚਿਰ ਨਹੀਂ ਉਹਨਾਂ 'ਚ ਸਾਨੂੰ ਮੰਨ ਲਓ ਇਹਨੂੰ ਤੁਸੀਂ ਐਕੈਡੈਮਿਕਲੀ ਦੇਖੋ, ਕਈ ਗੱਲਾਂ ਇਹੋ ਜਿਹੀਆਂ ਸਾਨੂੰ ਜਿਸ ਤਰ੍ਹਾਂ ਪ੍ਰਾਇਮਰੀ ਆਪਣੇ ਸਕੂਲ ਐਜੂਕੇਸ਼ਨ 'ਚ ਹੈ, ਸਕੂਲ ਐਜੂਕੇਸ਼ਨ 'ਚ ਉਹਨਾਂ ਨੇ ਇੱਕ ਕੰਸੈਪਟ ਦਿੱਤਾ ਕਿ ਕੰਪਲੈਕਸ ਸਕੂਲਾਂ ਦਾ ਦਿੱਤਾ ਹੈ ਕਿ ਕੰਪਲੈਕਸ ਸਕੂਲ ਜਿਹੜੇ ਬਣਨਗੇ ਉਹ ਟੋਟਲੀ ਜੋ ਸਿਸਟਮ ਪਹਿਲਾਂ ਚੱਲਦਾ ਉਹਨੂੰ ਤੋੜ ਕੇ ਬਣਨਗੇ। ਹੁਣ ਪ੍ਰਾਇਮਰੀ ਦੇ ਸਕੂਲ ਅੱਡ ਨੇ, ਮਿਡਲ ਸਕੂਲ ਨੇ, ਦੂਸਰੇ ਸਕੂਲ ਨੇ, ਹਾਈ ਸਕੂਲ ਸਕੂਲ ਨੇ। ਉਹ ਕਹਿੰਦੇ ਵੀ ਨਹੀਂ, ਵੀ ਇਹ ਇੱਕ ਕੰਪਲੈਕਸ ਸਕੂਲ ਇੱਕ ਏਰੀਆ ਦਾ ਬਣੇਗਾ। ਅੱਛਾ ਜੀ। ਤੇ ਉਸ ਕੰਪਲੈਕਸ ਦੇ ਨਾਲ ਉਸ ਇਲਾਕੇ ਦੇ 10 ਤੋਂ ਲੈ ਕੇ 15 ਕਿਲੋਮੀਟਰ ਦੇ ਪ੍ਰਾਇਮਰੀ ਵੀ, ਮਿਡਲ ਵੀ, ਹਾਈ ਵੀ, ਸੈਕੰਡਰੀ ਉਹਦੇ ਨਾਲ ਜੁੜਨਗੇ। ਜਿਹੜਾ ਇਨਫਰਾਸਟ੍ਰਕਚਰ ਦੇਣਾ ਹੈ, ਪਰ ਟੀਚਰ ਅਮਲਾ ਫੈਲਾ ਦੇਣਾ ਹੈ, ਵੱਡੇ ਜਿਹੜੇ ਲਾਇਬ੍ਰੇਰੀ ਹੋਏਗੀ, ਲੈਬੋਰਟਰੀ ਹੋਏਗੀ, ਖੇਡਾਂ ਦੇ ਮੈਦਾਨ ਹੋਣਗੇ, ਜਾਂ ਇਸ ਤਰ੍ਹਾਂ ਦਾ ਜਿਵੇਂ ਟੈਕਨੋਲੋਜੀ ਦਾ ਕੋਈ ਸਾਰਾ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਜੋ ਵੀ ਪ੍ਰਬੰਧ ਹੋਣਗੇ ਉਹ ਉਸ ਕੰਪਲੈਕਸ ਸੈਂਟਰ ਨੂੰ ਮਿਲੇਗਾ। ਜਿਹੜੇ ਬਾਕੀ ਨੇੜੇ ਤੇੜੇ ਹੈਗੇ ਨੇ ਉੱਥੇ ਨਹੀਂ ਦੇਣਾ। ਉਹਨਾਂ ਨੇ ਮਤਲਬ ਇੱਕ ਸ਼ਬਦ ਉਹਦੇ 'ਚ ਪਾਲਿਸੀ 'ਚ ਵਰਤਿਆ ਹੈ ਕਿ ਸਰੋਤਾਂ ਦੀ ਜਿਹੜੀ ਯੋਗ ਵੰਡ ਤੇ ਕੁਸ਼ਲ ਪ੍ਰਬੰਧ ਸ਼ਬਦ ਵਰਤਿਆ, ਜੇ ਪੰਜਾਬੀ 'ਚ ਕਹੀਏ ਅਸੀਂ ਵੀ ਉਹ ਉਸ ਦੇ ਬਾਅਦ ਵੀ ਸਰੋਤਾਂ ਦੀ ਯੋਗ ਵੰਡ ਕਰੇ, ਵੀ ਸਾਨੂੰ ਖਰਚ ਘੱਟ ਕਰਨਾ ਪਵੇ ਤੇ ਅਸੀਂ ਕਰ ਸਕੀਏ। ਜਿਹਦੇ 'ਚ ਕੀ ਹੈ ਕਿ ਟੀਚਰ ਤੁਸੀਂ ਅਪਾਇੰਟਮੈਂਟ ਉੱਥੇ ਹੀ ਕਰਨੀ, ਸਾਰਾ ਕੁਝ ਟੀਚਰ ਉੱਥੇ ਹੋਣਗੇ। ਟੀਚਰ ਜਿਹੜੇ ਉੱਥੋਂ ਦੂਜੇ ਉਹਨਾਂ ਸਕੂਲਾਂ 'ਚ ਜਾ ਕੇ ਜਿਹੜੇ ਨਾਲ ਉਹਦੇ ਜੁੜੇ ਹੋਏ ਨੇ ਉੱਥੇ ਆ ਕੇ ਪੜ੍ਹਾਇਆ ਕਰਨਗੇ ਉਹ। ਅੱਛਾ ਜੀ। ਬੱਚੇ ਜਿਹੜੇ ਜਦੋਂ ਉਹਨਾਂ ਬੱਚਿਆਂ ਨੇ ਖੇਡ ਦੇ ਮੈਦਾਨ 'ਚ ਆਉਣਾ, ਲੈਬੋਰਟਰੀ 'ਚ ਕਰਨਾ ਜਾਂ ਆਪਣਾ ਲਾਇਬ੍ਰੇਰੀ ਵਗੈਰਾ 'ਚ, ਉਹ ਬੱਚੇ ਜਿਹੜੇ ਆ ਉਸ ਕੰਪਲੈਕਸ ਸਕੂਲ ਦੇ ਵਿੱਚ ਆ ਕੇ ਉਹਦੀ ਵਰਤੋਂ ਕਰਿਆ ਕਰਨਗੇ। ਤੁਹਾਡੀ ਗੱਲ ਵਿਚਕਾਰ ਆ ਜਿਹੜੇ ਹੁਣ ਚੱਲਦੇ ਆ ਸਕੂਲ, ਜਿਵੇਂ ਹਰ ਪਿੰਡ ਦੇ ਵਿੱਚ ਸਕੂਲ ਆ, ਇਹ ਸਕੂਲ ਚੱਲਦੇ ਰਹਿਣਗੇ ਜਾਂ ਇਹਨਾਂ ਨੂੰ ਹੌਲੀ ਹੌਲੀ ਬੰਦ ਕਰ ਦਿੱਤਾ ਜਾਊਗਾ? ਹੁਣ ਉਹ ਇਹ ਹੈ, ਜੇ ਤੁਸੀਂ ਇਹਨੂੰ, ਮੈਂ ਉਹੀ ਜਿਹੜੀ ਗੱਲ ਕਰਨ ਲੱਗਿਆ ਕਿ ਜੇ ਤੁਸੀਂ ਉਹਨੂੰ ਐਕੈਡੈਮਿਕਲੀ ਦੇਖੋ ਤਾਂ ਆਪਾਂ ਨੂੰ ਇਹ ਪੜ੍ਹੋ ਤੁਸੀਂ, ਫਿਰ ਆਪਾਂ ਨੂੰ ਐ ਲੱਗੂਗਾ ਇਹਦਾ ਸਿੱਟਾ ਕਈ ਐ ਨਿਕਲ ਜਾਂਦਾ। ਜੇ ਐਕੈਡੈਮਿਕਲੀ ਦੇਖੋ ਹੁਣ ਲੱਗਦਾ ਵੀ ਐ ਟੀਚਰ 15 ਕਿਲੋਮੀਟਰ ਜਾਇਆ ਕਿਵੇਂ ਕਰਨਗੇ? ਉਹ ਕਹਿੰਦੇ ਜੀ ਬੱਸਾਂ ਨੇ ਆਪਦਾ ਬੱਸਾਂ ਦਾ ਅਰੇਂਜਮੈਂਟ ਕਰੂ ਸਕੂਲ। ਉਹ ਵੀ ਪ੍ਰੈਕਟੀਕਲੀ ਉਹ ਅਸੀਂ ਦੇਖਣ ਲੱਗ ਜਾਂਗੇ ਵੀ ਪ੍ਰੈਕਟੀਕਲੀ ਸੰਭਵ ਨਹੀਂ ਹੋਣਾ, ਬੱਚੇ ਕਿਵੇਂ ਆਇਆ ਕਰਨਗੇ। ਹੋਰ ਆਪਾਂ ਇਹਨਾਂ ਨਜ਼ਰੀਏ ਇਸ ਐਂਗਲ ਤੋਂ ਦੇਖਣ ਲੱਗ ਜਾਂਦੇ ਨੇ ਪ੍ਰੈਕਟੀਕਲ ਕੀ ਸਮੱਸਿਆ। ਪਰ ਜੇ ਤੁਸੀਂ ਉਹਨਾਂ ਦੇ ਪਾਲਿਸੀ ਏਜੰਡੇ ਦੇ ਮੁਤਾਬਕ ਦੇਖੋਗੇ ਫਿਰ ਤੁਹਾਨੂੰ ਸਮਝ ਲੱਗੂ ਵੀ ਇਹਦਾ ਮੰਤਵ ਹੋਰ ਹੈ। ਕਰਨਾ ਕੀ ਚਾਹੁੰਦੇ ਆ? ਕਰਨਾ ਇਹ ਚਾਹੁੰਦੇ ਆ ਵੀ ਉਹ ਹੌਲੀ ਹੌਲੀ ਇਸ ਖੇਤਰ ਦੇ ਵਿੱਚ ਖਰਚਾ ਘਟਾਉਣਾ ਚਾਹੁੰਦੇ ਆ, ਇਸ ਖੇਤਰ ਚੋਂ ਵਿਦਡਰਾ ਕਰਨਾ ਚਾਹੁੰਦੇ ਆ। ਤੇ ਉਹਦੇ 'ਚ ਇਸ ਵਿਦਡਰਾ ਕਰਨ ਵਾਸਤੇ ਫਿਰ ਜਦੋਂ ਤੁਸੀਂ ਇਹ ਵੀ ਉਹ ਸਕੂਲ ਜਿਹੜੇ ਛੋਟੇ ਛੋਟੇ ਸਕੂਲ ਜਿਹੜੇ ਆ ਉਹ ਜਿਸ ਤਰ੍ਹਾਂ ਤੁਸੀਂ ਦੇਖਿਆ ਹੁਣ ਹਰਿਆਣੇ ਨੇ ਕਰਤੇ, ਪਹਿਲੇ 105 ਸਕੂਲ ਜਿਹੜੇ ਆ ਉਹ ਕਹਿੰਦੇ ਜੀ ਮਰਜ ਹੋ ਜਾਣਗੇ, ਖਤਮ ਹੋ ਜਾਣਗੇ, ਕਰਤੇ ਖਤਮ ਹੀ ਕਰਦੇ ਹੋ। ਉਹਦਾ ਮਤਲਬ ਕਹਿਣ ਫਿਰ ਉਹ ਕਹਿਣਗੇ ਵੀ ਇੱਥੇ ਗਿਣਤੀ ਘੱਟ ਹੈ ਬੱਚਿਆਂ ਦੀ। ਹੁਣ ਵੀ ਚੱਲਦਾ ਵੀ ਗਿਣਤੀ ਘੱਟ ਹੈ, ਇੰਨੀ ਤੋਂ ਆਪਣਾ ਜਿੱਥੇ 20 ਬੱਚੇ ਆ ਜਾਂ 10 ਬੱਚੇ ਜਾਂ ਕਿੰਨੇ ਰੱਖ ਲਓ ਵੀ ਉਹ ਸਕੂਲ ਨਹੀਂ ਹੋਏਗਾ, ਉਹ ਸਕੂਲ ਉਹਦੇ 'ਚ ਮਰਜ ਹੋਏਗਾ। ਅਲਟੀਮੇਟਲੀ ਕੀ ਹੈ ਵੀ ਜਿਸ ਤਰ੍ਹਾਂ ਉਹ ਉੱਪਰ ਕਨਸੈਪਟ ਹੈ ਵੀ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਹੋਣੀਆਂ, ਉਹਦੇ 'ਚ ਤਾਂ ਕਲੀਅਰ ਕਹਿਤਾ ਇੱਥੇ ਸਕੂਲ ਐਜੂਕੇਸ਼ਨ ਦੇ ਵਿੱਚ ਢਾਂਚਾ ਜੋ ਬਣਿਆ ਇਹਨਾਂ ਨੇ ਐ ਨਹੀਂ ਕਿਹਾ, ਪਰ ਉਹ ਇੱਕ ਕੰਪਲੈਕਸ ਸਕੂਲਾਂ ਦਾ ਜਿਹੜਾ ਪੈਟਰਨ ਹੈ ਉਹ ਪੈਟਰਨ ਉਹੀ ਹੈ ਉਹਦਾ ਭਰੂਣ ਰੂਪ ਜਿਹੜਾ ਇਹ ਕਹਿ ਲਓ ਵੀ ਉਹ ਸੈਂਟਰਲਾਈਜੇਸ਼ਨ ਦਾ ਕਿ ਸਾਰਿਆਂ ਨੂੰ ਸੈਂਟਰਲਾਈਜ਼ ਕਰ ਦਿਓ। ਉਦੋਂ ਮਗਰੋਂ ਫਿਰ ਉਹ ਸੈਂਟਰਲਾਈਜ਼ ਨੂੰ ਚਲਾਉਣ ਵਾਸਤੇ ਹੌਲੀ ਹੌਲੀ ਜਿਹੜਾ ਹੈਗਾ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦਾ। ਇਹ ਜਿਹੜੇ ਛੋਟੇ ਸਕੂਲ ਮਰਜ ਹੋਣੇ ਹੀ ਹੋਣੇ ਆ। ਮਰਜ ਹੋਣ ਦਾ ਮਤਲਬ ਉਹ ਖਤਮ ਹੋਣਗੇ, ਪ੍ਰਾਇਮਰੀ ਵੀ ਖਤਮ ਹੋ ਜਾਣਗੇ, ਦੂਜੇ ਉਹ ਸਾਰਾ ਇਸ ਤਰ੍ਹਾਂ ਦਾ ਇੱਕ ਬਣਾ ਕੇ ਜਿਵੇਂ ਯੂਨੀਵਰਸਿਟੀ ਵੱਡੀ ਬਣਾਉਣੀ ਹੈ ਇਵੇਂ ਇਸ ਤਰ੍ਹਾਂ ਦਾ ਇੱਕ ਮਤਲਬ ਇੱਕ ਇਲਾਕੇ ਦਾ ਸਕੂਲ। ਤੇ ਰਿਸੋਰਸਿਸ ਆਪੇ ਹੀ ਹੈ, ਤੁਸੀਂ ਜਿੰਨੀ ਤੁਹਾਨੂੰ ਉੱਥੇ ਟੀਚਰਾਂ ਦੀ ਲੋੜ ਹੈ, ਜਿੰਨਾ ਇਨਫਰਾਸਟ੍ਰਕਚਰ ਥੱਲੇ ਦੇਣਾ ਜਾਂ ਹੋਰ ਸਾਰੇ ਉਹਨਾਂ ਸਕੂਲਾਂ 'ਚ ਵੀ ਉੱਥੇ ਦੇਣਾ ਨਾ ਪਵੇ, ਇੱਕ ਥਾਂ 'ਤੇ ਕਰ ਦਿਓ, ਇਹ ਕਰ ਦਿਓ। ਮਤਲਬ ਜੇ ਤੁਸੀਂ
ਉਹੀ ਉਹਨਾਂ ਦੇ ਪਾਲਿਸੀ ਦੇ ਸੰਦਰਭ 'ਚ ਰੱਖ ਕੇ ਵੇਖੋ, ਫਿਰ ਤੁਹਾਨੂੰ ਇਹਦਾ ਸਿੱਟਾ ਆਪਾਂ ਇਹ ਕੱਢਾਂਗੇ ਵੀ ਇਹ ਤਾਂ ਜਿਹੜੀ ਹੋਰ ਖੇਤਰਾਂ ਦੇ ਵਿੱਚ ਅੱਜ ਉਹ ਦੇਖਦੇ ਆ, ਤੁਸੀਂ ਦੇਖਿਆ ਵੀ ਹੋਰ ਖੇਤਰਾਂ ਦੇ ਵਿੱਚ ਉਹ ਰੈਸ਼ਨ 2-3 ਸ਼ਬਦ ਨੇ ਵਰਤਦੇ, ਰੈਸ਼ਨਲਾਈਜੇਸ਼ਨ ਜਿਹੜੀ ਹੈ ਜੀ ਸਕੂਲਾਂ 'ਚ ਦੇਖਦੇ ਆ ਵੀ ਕਿੱਥੇ ਵੱਧ ਅਮਲਾ ਹੈ ਕਿੱਥੇ ਘੱਟ ਅਮਲਾ ਹੈ, ਦਫ਼ਤਰਾਂ 'ਚ ਦੇਖਦੇ ਆ ਜੀ ਉੱਥੇ ਉਹ ਰੈਸ਼ਨਲਾਈਜੇਸ਼ਨ ਤੇ ਇੱਕ ਸ਼ਬਦ ਹੋਰ ਵਰਤਦੇ ਆ ਰੀਸਟਰਕਚਰਿੰਗ ਜੀ, ਪੁਨਰਗਠਨ। ਉਹ ਇਸ 2 ਸ਼ਬਦਾਂ ਦੇ ਨਾਂ ਤੇ ਲੋਕਾਂ ਨੂੰ ਲੱਗ ਸਕਦਾ ਹਾਂ ਜੀ ਇੱਥੇ ਘੱਟ ਹੈ, ਇੱਥੇ ਵੱਧ ਹੈ, ਇੱਥੇ ਲੋੜ ਜ਼ਿਆਦਾ, ਇੱਥੇ ਲੋੜ ਘੱਟ ਹੈ, ਅਸੀਂ ਉਹਦੇ ਮੁਤਾਬਕ ਵੀ ਅਦਲਾ ਬਦਲੀ ਕਰਤੀ, ਸਿੰਪਲ ਗੱਲ ਲੱਗ ਸਕਦੀ ਹੈ ਐਕੈਡੈਮਿਕਲੀ। ਪਰ ਇਸ ਨਾਂ ਤੇ ਉਹ ਕੀ ਕਰਦੇ ਆ, ਉਹ ਆਪਣਾ ਖਰਚਾ ਜਿਹੜਾ ਜਿਸ ਏਜੰਡੇ ਤਹਿਤ ਜਾਂ ਜਿਹੜਾ ਜੇ ਅਸੀਂ ਵੱਡੇ ਫਰੇਮਵਰਕ 'ਚ ਰੱਖ ਕੇ ਰੱਖੀਏ ਤਾਂ ਇਹ ਏਜੰਡਾ ਵਰਲਡ ਬੈਂਕ ਦਾ ਏਜੰਡਾ ਹੈ। ਅੱਛਾ ਜੀ। ਵਰਲਡ ਬੈਂਕ ਉਹਨਾਂ ਨੂੰ ਕਹਿੰਦਾ ਹੈ ਵੀ ਤੁਸੀਂ ਜਿਹੜੇ ਖਰਚੇ ਪਬਲਿਕ ਵੈਲਫੇਅਰ ਦੇ ਜਿਹੜੇ ਅਦਾਰੇ ਨੇ ਪਬਲਿਕ ਵੈਲਫੇਅਰ ਦੇ ਹੈ ਉੱਥੇ ਖਰਚਾ ਘਟਾਓ, ਤੁਸੀਂ ਆਪਣੀ ਇੱਥੇ ਪੂੰਜੀ ਜਿਹੜੀ ਬੰਦ ਕਰੋ, ਤੁਸੀਂ ਜਿਹੜਾ ਅਸੀਂ ਮਤਲਬ ਡਿਵੈਲਪਮੈਂਟ ਦਾ ਮਾਡਲ ਜਿਹੜਾ ਹੈਗਾ ਵੀ ਪੂੰਜੀ ਤੁਸੀਂ ਬਾਹਰਲੀ ਕਾਰਪੋਰੇਟ ਪੂੰਜੀ ਹੈ ਉਹਦਾ ਕਰਜ਼ਾ ਉਹ ਤੋਂ ਵਾਸਤੇ ਲੈਂਦੇ ਆ ਵੀ ਉਹ ਉਧਰ ਖਰਚ ਕਰੋ ਜੀ। ਤਾਂ ਉਹ ਜਦੋਂ ਉਸ ਫਰੇਮਵਰਕ 'ਚ ਰੱਖ ਕੇ ਦੇਖਦੇ ਆ ਫਿਰ ਸਾਨੂੰ ਸਮਝ ਲੱਗਦੀ ਹੈ ਵੀ ਉਹ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਵਿਦਡਰਾ ਕਰਨ ਦਾ ਇੱਕ ਉਸ ਖੇਤਰ 'ਚੋਂ ਵਿਦਡਰਾ ਕਰਨ ਦਾ ਜਿਹੜਾ ਹੈਗਾ ਢੰਗ ਹੈ ਤਾਂ ਕਿ ਇੱਥੇ ਖਰਚਾ ਨਾ ਕਰਨਾ ਪਵੇ, ਟੀਚਰਾਂ ਦੀ ਗਿਣਤੀ ਕਰੀਏ, ਪੋਸਟਾਂ ਘਟਾਈਆਂ ਜਾਣ। ਹੁਣ ਤੁਸੀਂ ਜਿਸ ਤਰ੍ਹਾਂ ਦੇਖਦੇ ਆ ਬਿਜਲੀ ਬੋਰਡ 'ਚ ਦੇਖਦੇ ਆ ਕਿ ਬਿਜਲੀ ਬੋਰਡ ਦੇ ਵਿੱਚ 85,000 ਦੇ ਲਗਭਗ ਸੀਗੇ ਐਮਪਲਾਈ, ਅੱਜ ਉੱਥੇ 30,000 ਐਮਪਲਾਈ ਹੈ ਜੀ। ਉਹ 30,000 ਵੀ 25-30,000 ਸਿਰਫ ਇੰਨੀ ਹੈ, ਬਾਕੀ ਫਿਰ ਕੰਮ ਤਾਂ ਹੈਗਾ ਹੀ ਉਹਨਾਂ। ਫਿਰ ਉਹ ਕੀ ਕਰਦੇ, ਫਿਰ ਦੂਜਾ ਨਾਲ ਲੈ ਕੇ ਆਉਂਦੇ ਵੀ ਇੱਥੇ ਤੁਸੀਂ ਇਹ ਘਟਾਓ ਤੇ ਤੁਸੀਂ ਇਹਦੀ ਭਰਤੀ ਜਿਹੜੀ ਠੇਕੇ ਤੇ ਕਰੋ, ਭਰਤੀ ਆਊਟਸੋਰਸਿੰਗ ਕਰੋ, ਕੰਪਨੀਆਂ ਤੋਂ ਲਓ, ਦੂਜੇ ਉਹਨਾਂ ਤੋਂ ਲਓ ਤੇ ਇਹ ਭਰਤੀ ਕਰੋ। ਹੁਣ ਇਸ ਵੇਲੇ ਉੱਥੇ ਰੈਗੂਲਰ ਭਰਤੀ ਜਿਹੜੀ 25,000 ਬੰਦੇ ਤੇ ਉਂਝ ਕੰਮ ਦੇ ਹਿਸਾਬ ਨਾਲ ਉਹ ਸਾਰੀ ਭਰਤੀ ਜਿਹੜੀ ਠੇਕੇ ਤੇ ਕਰਤੀ। ਹਾਂਜੀ, ਤਾਂ ਪੀਐਸਪੀ ਕਾਰਪੋਰੇਸ਼ਨ ਬਣਾਤਾ, ਉਹ ਕਾਰਪੋਰੇਸ਼ਨ ਬਾਤੀ ਨਾ, ਕਾਰਪੋਰੇਸ਼ਨ ਤੋਂ ਬਿਨਾਂ ਹੀ ਉਹ ਠੇਕੇ ਤੇ ਕਾਰਪੋਰੇਸ਼ਨ ਦੀ ਥਾਂ ਤੇ ਵੀ ਹੁਣ ਉਹ ਤਾਂ ਠੇਕੇਦਾਰਾਂ ਤੋਂ ਲੈਂਦੇ ਆ। ਉਹ ਆਊਟਸੋਰਸਿੰਗ ਦੇ ਵਿੱਚ ਜਿਹੜੀ ਇਹ ਭਰਤੀ ਉਹ ਗਿਣਤੀ ਜ਼ਿਆਦਾ ਹੈਗੀ, ਉਹਦੇ 'ਚ ਹੈ ਨਹੀਂ। ਤਾਂ ਉਹ ਇੱਕ ਕਿਸਮ ਦਾ ਉਹਨਾਂ ਨੂੰ ਤਨਖਾਹ ਤੀਜਾ ਚੌਥਾ ਹਿੱਸਾ ਦੀ ਮਿਲਣੀ ਹੈ, ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲਣੀ। ਇਸ ਤਰ੍ਹਾਂ ਇੱਧਰ ਵੀ ਅਧਿਆਪਨ ਦੇ ਵਿੱਚ ਵੀ ਇਹ ਵੀ ਅਧਿਆਪਨ ਦੇ ਵਿੱਚ ਹੈ। ਅਧਿਆਪਨ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਕਿ 86-87 ਤੋਂ ਪਹਿਲਾਂ ਕੋਈ ਠੇਕੇ ਦੇ ਭਰਤੀ ਨਹੀਂ ਹੁੰਦੀ ਸੀ ਜੀ, ਸਾਰੇ ਰੈਗੂਲਰ ਭਰਤੀ ਹੁੰਦੇ ਸੀ। ਜਿੰਨੀ ਤਨਖਾਹ ਜਿਹੜੀ ਅੱਜ ਭਰਤੀ ਹੈ, ਮੈਂ ਅੱਜ ਭਰਤੀ ਹੋਇਆ, ਤੁਹਾਨੂੰ ਉਨੀ ਤਨਖਾਹ ਉਦੋਂ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ। ਤਾਂ ਹੁਣ ਤੁਸੀਂ ਦੇਖਦੇ ਹੋ ਕਿ ਕੁਛ ਤਾਂ ਉਹ ਸਕੀਮਾਂ ਇਹੋ ਜਿਹੀਆਂ ਆ ਗਈਆਂ ਜਿਹੜੀਆਂ ਉਸ ਏਜੰਡੇ ਦੇ ਹਿੱਸਾ ਹੈ ਕਿ ਆਹ ਰਮਸਾ ਦੀ ਆ ਗਈ, ਆਹ ਆ ਗਈ, ਆਪਣੇ SSA ਦੀ ਅਭਿਆਨ ਆ ਗਈ। ਹਾਂ ਹੁਣ ਹੈ ਉਹਦੇ 'ਚ ਉਹਨਾਂ ਨੇ ਮਤਲਬ ਜਿਹੜਾ ਸਾਰਾ ਇਹ ਸਿਸਟਮ ਜਿਹੜਾ ਰੈਗੂਲਰ ਭਰਤੀ ਬੰਦ ਕਰਕੇ ਤੇ ਤੁਸੀਂ ਠੇਕੇ ਦੇ ਭਰਤੀ ਕਰਕੇ ਘੱਟ ਤਨਖਾਹ ਤੇ ਭਰਤੀ ਕਰਕੇ ਆ ਪ੍ਰੋਬੇਸ਼ਨ ਪੀਰੀਅਡ ਦਾ ਨਵਾਂ ਲੈ ਆਂਦਾ ਕਿ ਤੁਸੀਂ ਇੰਨੇ ਚਿਰ ਪ੍ਰੋਬੇਸ਼ਨ। ਪਹਿਲਾਂ ਕੀ ਸੀਗਾ, ਪਹਿਲਾਂ ਅਸੀਂ ਰੈਗੂਲਰ ਭਰਤੀ ਸਾਰੇ ਨੇ ਕੰਮ ਕੀਤਾ ਕਿ ਜਿਸ ਦਿਨ ਤੁਸੀਂ ਨੌਕਰੀ ਲੱਗੇ ਜਿੰਨੀ ਤਨਖਾਹ ਮਿਲਣੀ ਹੈ ਟੋਟਲ ਉਨੀ ਸਾਰਿਆਂ ਨੂੰ ਮਿਲਦੀ ਉਹ ਮਿਲਣੀ ਹੈ। 2 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੁੰਦਾ ਸੀ ਸਿਰਫ ਤੁਹਾਨੂੰ ਕਨਫਰਮ ਕਰਨ ਵਾਸਤੇ, ਸੈਲਰੀ ਤੇ ਇੱਕ ਪ੍ਰਭਾਵ, ਸੈਲਰੀ ਤੇ ਕੋਈ ਚੀਜ਼ ਨਹੀਂ, ਸਭ ਕੁਝ ਡੀਏ ਵਗੈਰਾ ਸਾਰਾ ਕੁਝ ਤੁਹਾਨੂੰ ਉਵੇਂ ਮਿਲਦਾ ਜੋ ਮਿਲਣਾ। ਹੁਣ ਉਹ 3 ਸਾਲ ਦੇ ਪੀਰੀਅਡ 'ਚ ਪ੍ਰੋਬੇਸ਼ਨ ਪੀਰੀਅਡ ਹੈ, ਤੁਹਾਨੂੰ ਚੌਥਾ ਹਿੱਸਾ ਤੀਜਾ ਹਿੱਸਾ ਤਨਖਾਹ ਮਿਲਦੀ ਹੈ। ਕੋਈ ਪਤਾ ਨਹੀਂ, ਇੱਕ ਬੰਦਾ ਨੌਕਰੀ ਕਰ ਰਿਹਾ ਉਹ ਕਿਰਾਏ ਤੇ, ਜੇ ਮੰਨ ਲਓ ਹਾਊਸ ਰੈਂਟ ਮਿਲਣਾ, ਉਹ ਮਿਲਣਾ, ਡੀਏ ਮਿਲਣਾ, ਤਾਂ ਉਹਦੀ 3 ਸਾਲ 'ਚ ਮਹਿੰਗਾਈ ਨਹੀਂ ਵਧਣੀ, ਉਹਨੂੰ ਮਕਾਨ ਦੀ ਲੋੜ ਨਹੀਂ, ਤਾਂ ਉਹ 3 ਸਾਲ ਉਹਨੂੰ ਤੁਸੀਂ ਚੌਥਾ ਹਿੱਸਾ ਤਨਖਾਹ ਦਾ ਦਿੰਦੇ ਹੋ। 3 ਸਾਲਾਂ ਬਾਅਦ ਵੀ ਉਹ ਪੀਰੀਅਡ 5 ਸਾਲ ਤੱਕ ਵੀ ਹੋ ਸਕਦਾ, ਵਧਾ ਵੀ ਸਕਦੇ ਆ। ਫਿਰ ਜਾ ਕੇ ਤੁਸੀਂ ਉਹਨਾਂ ਨੂੰ ਮਤਲਬ ਕਰਨਾ, ਉਹ ਵੀ ਮਤਲਬ ਜੇ ਪ੍ਰੋਬੇਸ਼ਨ ਪੀਰੀਅਡ ਤੇ ਰੱਖੋ ਤੇ ਨਹੀਂ ਤਾਂ ਠੇਕੇ ਤੇ ਚੱਲੀ ਜਾਂਦੇ। ਜਿਸ ਤਰ੍ਹਾਂ ਹੁਣ ਆਪਣੇ ਅਧਿਆਪਕਾਂ ਦੀ ਕੈਟਾਗਰੀ ਇਹ ਸਾਰਾ 86 ਦੀ ਪਾਲਿਸੀ ਤੋਂ ਹੀ ਆਏ ਨੇ। ਆ ਸਰਵ ਸਿੱਖਿਆ ਅਭਿਆਨ ਤੇ ਦੂਜੀਆਂ ਪਾਲਿਸੀਆਂ ਜਿਹੜੀਆਂ 90-92 ਤੋਂ ਸ਼ੁਰੂ ਹੋਈਆਂ ਸਾਰੀਆਂ, ਜਿਹਦੇ 'ਚ ਇਹ ਸੀਗਾ ਵੀ ਤੁਸੀਂ ਵਲੰਟੀਅਰ ਭਰਤੀ ਕਰ ਲਓ, ਪੈਰਾ ਟੀਚਰ ਭਰਤੀ ਕਰ ਲਓ। ਲੱਖਾਂ ਆਪਣੇ ਤਾਂ ਇਹਨੇ ਬਾਹਰਲੇ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਟੀਚਰ ਨੇ ਜਿਹੜੇ 1000 2-2000 ਤੇ ਭਰਤੀ ਕੀਤੇ ਆ। ਬਾਹਰਲੀਆਂ ਸਟੇਟਾਂ ਤੇ ਉਦੋਂ ਵੀ ਮਾੜੇ ਹਾਲ, ਬਾਹਰਲੇ ਉਦੋਂ ਵੀ ਲੱਖਾਂ ਦੀ ਗਿਣਤੀ 'ਚ ਆਪਣੇ ਥੋੜੇ ਜਿਹਾ ਘੱਟ ਹੈ ਵੀ ਉਹਨਾਂ ਨੂੰ 1000 ਤੋਂ ਲੈ ਕੇ 5-6 ਹਜ਼ਾਰ ਤੱਕ ਦੀ ਤਨਖਾਹ ਜਿਹੜੀ ਦੇ ਕੇ ਸਾਰਾ ਦਿਨ ਕੰਮ ਕਰਾ ਕੇ ਉਹੀ ਕੰਮ ਕਰਾਉਣਾ ਜਿਹੜਾ ਦੂਜੇ ਟੀਚਰ ਨੇ ਕਰਨਾ।
ਇਹ ਸਕੀਮਾਂ ਸਾਰੀਆਂ ਤੁਸੀਂ ਜੇ ਵਰਲਡ ਬੈਂਕ ਦੇ ਡਾਕੂਮੈਂਟ ਪੜ੍ਹੋ ਤਾਂ ਉਹਦੇ ਵਿੱਚ ਹੀ ਜ਼ਿਕਰ ਹੈ ਵੀ ਤੁਸੀਂ ਐ ਭਰਤੀ ਕਰੋ, ਆਹ ਕੁਛ ਕਰੋ। ਮਤਲਬ ਉਸ ਏਜੰਡੇ ਨੂੰ ਲਾਗੂ ਕਰਨ ਵਾਸਤੇ ਜਿਹੜੀਆਂ ਲੋੜਾਂ ਨੇ ਉਹ ਫਿਰ ਇਹ ਲੋੜਾਂ ਮੁਤਾਬਕ ਫਿਰ ਪਾਲਿਸੀਆਂ ਜਿਹੜੀਆਂ ਆਪਣੀਆਂ ਬਣਦੀਆਂ। ਤੇ ਇਸ ਕਰਕੇ ਐਜੂਕੇਸ਼ਨ ਪਾਲਿਸੀ ਤੇ ਐਜੂਕੇਸ਼ਨ ਖੇਤਰ ਜਿਹੜਾ ਉਹ ਇਸ ਪੱਖੋਂ ਤਾਂ ਚਲੋ ਹੈਗਾ ਹੀ ਆ, ਖਰਚਾ ਘਟਾਉਣ ਪੱਖੋਂ ਤਾਂ ਸਾਰੇ ਖੇਤਰਾਂ 'ਚ ਹੀ ਕਰ ਰਹੇ ਨੇ, ਸਾਰੇ ਖੇਤਰਾਂ 'ਚ ਉਹਨੂੰ ਕਹਿ ਇਹ ਰਹੇ ਨੇ ਵੀ ਇਹ ਅਸੀਂ ਸੁਧਾਰ ਕਰ ਰਹੇ ਹਾਂ ਜੀ। ਜੇ ਇਹ ਤਾਂ ਹੋਣਗੇ ਜੀ ਵਿੱਤੀ ਪ੍ਰਭਾਵ। ਹਾਂਜੀ, ਜੇ ਆਪਾਂ ਆਪਣੇ ਸਿੱਖਿਆ ਤੇ ਵਾਪਸ ਆ ਜਾਈਏ, ਸਕੂਲਾਂ 'ਚ ਵਾਪਸ ਆ ਜਾਈਏ, ਤਾਂ ਜਿਹੜੀ ਆਪਣੇ ਬੱਚੇ ਹੋਣਗੇ, ਜਿਹੜੀ ਉਹਨਾਂ ਦੀ ਸਿੱਖਿਆ ਉਹਦੇ ਲਈ ਇਹ ਲਾਹੇਵੰਦ ਹੋਏਗੀ ਜਾਂ ਨੁਕਸਾਨਦਾਇਕ ਹੈ ਜਿਹੜੀ ਇਹ ਨਿਊ ਐਜੂਕੇਸ਼ਨ ਪਾਲਿਸੀ? ਜਿੱਦਾਂ ਉਹਨਾਂ ਨੇ ਇਹਨੂੰ 3 4 5 ਕੁਛ ਇਸ ਤਰ੍ਹਾਂ ਨੇ ਡਿਵਾਈਡ ਕੀਤਾ ਕਿ ਜੀ ਪਹਿਲੇ 5 ਸਾਲ ਬੱਚਾ ਪ੍ਰਾਇਮਰੀ 'ਚ ਰਹੇਗਾ, ਸਿਰਫ ਉਹ ਸਿੱਖੇਗਾ, ਲਰਨਿੰਗ ਹੋਏਗੀ ਜਾਂ ਜੋ ਵੀ ਹੈ। ਇਹ ਇੱਕ ਤਾਂ ਇਹ ਪਹਿਲੂ ਹੈ ਉਹਦਾ ਵੀ ਸਿਸਟਮ ਕੀ ਹੈ। ਹਾਂਜੀ, ਇਸ ਦੇ ਨਾਲ ਜਿਹੜੀ ਦੂਜੀ ਗੱਲ ਜਿਹੜੀ ਮੈਂ ਪਹਿਲਾਂ ਵਿੱਚ ਦੀ ਕਹਿਣ ਲੱਗਿਆ ਸੀ ਕਿ ਸਿੱਖਿਆ ਜਿਹੜੀ ਇੱਕ ਇਹੋ ਜਿਹਾ ਖੇਤਰ ਹੈ ਕਿ ਇਸ ਖੇਤਰ ਦੇ ਰਾਹੀਂ ਤੁਸੀਂ ਇੱਕ ਪੂਰੀ ਦੀ ਪੂਰੀ ਪੀੜ੍ਹੀ ਨੂੰ, ਛੋਟੇ ਬੱਚਿਆਂ ਤੋਂ ਲੈ ਕੇ ਉੱਪਰ ਤੱਕ, ਮਤਲਬ ਤੁਸੀਂ ਉਹਨਾਂ ਨੂੰ ਸਿਖਾਉਣਾ ਹੈ ਕੀ ਹੈ। ਤੇ ਸਿੱਖਿਆ ਦੇ ਰਾਹੀਂ ਤੁਸੀਂ ਜੋ ਸਿਖਾਉਣਾ ਚਾਹੁੰਦੇ ਹੋ, ਜੋ ਆਪਣਾ ਪੋਲੀਟੀਕਲ ਏਜੰਡਾ ਕੋਈ ਗਵਰਨਮੈਂਟ ਵੀ ਜਿਹੜੀ ਮੌਕੇ ਦੀ ਹੁਕੂਮਤ ਕਰਨਾ ਚਾਹੁੰਦੀ ਹੈ, ਜੋ ਕੁਝ ਉਸ ਏਜੰਡੇ ਨੂੰ ਮਨਾਂ 'ਚ ਵਾੜਨੀ ਚਾਹੁੰਦੀ ਹੈ ਲੌਂਗ ਟਰਮ, ਤਾਂ ਸਿੱਖਿਆ ਇੱਕ ਇਹੋ ਜਿਹਾ ਖੇਤਰ ਹੈ, ਸਭ ਤੋਂ ਕਾਰਗਰ ਖੇਤਰ ਹੈ ਇਹ। ਤੇ ਹਰ ਸਰਕਾਰ ਚਾਹੁੰਦੀ ਹੈ ਵੀ ਮਤਲਬ ਜਿਹੜਾ ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹ ਲੋਕਾਂ ਨੂੰ ਜੱਚ ਜੇ। ਤੇ ਉਹ ਪ੍ਰਾਇਮਰੀ ਸਕੂਲ ਦੇ ਬੱਚੇ ਤੋਂ ਲੈ ਕੇ ਉੱਪਰ ਤੱਕ ਉਹਨਾਂ ਨੇ ਇਹ ਖੇਤਰ ਨੂੰ, ਹਰ ਸਰਕਾਰ, ਜਿਸ ਤਰ੍ਹਾਂ ਅੰਗਰੇਜ਼ਾਂ ਦੇ ਵੇਲੇ ਮਕਾਲੇ ਦੀ ਐਜੂਕੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਉਹ ਇੰਪੋਰਟੈਂਟ ਗੱਲ ਹੈ। ਮਤਲਬ ਤੁਸੀਂ ਕਿ ਪੜ੍ਹਾਉਣਾ ਕੀ ਹੈ, ਕੀ ਪੜ੍ਹਾਉਣਾ। ਹਾਂਜੀ, ਵਾਟ ਟੂ ਟੀਚ। ਹਾਂਜੀ, ਬੱਚੇ ਸਿੱਖਣ ਕੀ, ਵਾਟ ਟੂ ਟੀਚ, ਕੀ ਪੜ੍ਹਾਉਣਾ ਹੈ, ਹਾਊ ਟੂ ਟੀਚ, ਕਿਵੇਂ ਪੜ੍ਹਾਉਣਾ ਹੈ ਜੀ, ਹਾਊ ਮਚ ਟੂ ਟੀਚ, ਕਿੰਨਾ ਪੜ੍ਹਾਉਣਾ ਹੈ, ਕਿੰਨਾ ਕਿਸ ਨੂੰ ਪੜ੍ਹਾਉਣਾ ਹੈ ਜੀ, ਕਿੱਥੇ ਪੜ੍ਹਾਉਣਾ ਹੈ। ਇਹ ਸਾਰਾ ਜਿਹੜਾ ਹੈਗਾ ਇਹ ਉਹਨਾਂ ਦੀ ਉਸ ਪਾਲਿਸੀ ਨੇ ਡਿਸਾਈਡ ਕਰਨਾ ਜੀ। ਹੁਣ ਜਦੋਂ ਅਸੀਂ ਇਹ ਕਰਦੇ ਹਾਂ, ਉਹਨਾਂ ਨੇ ਫਿਰ ਕੀ ਹੈ, ਹੁਣ ਉਹਨਾਂ ਨੇ ਦੇਖਿਆ ਵੀ ਪੜ੍ਹਾਉਣਾ ਹੁਣ ਕੀ ਹੈ, ਸਿਲੇਬਸ ਆਪਾਂ ਦੇਖਦੇ ਹਾਂ ਕਿ ਉਹਦਾ ਇੱਕ ਪਾਰਟ ਜਿਹੜਾ ਪਾਲਿਸੀ ਦਾ ਇਹ ਹੈ ਕਿ ਤੁਸੀਂ, ਇੱਕ ਤਾਂ ਇਹ ਹੈ ਕਿ ਤੁਸੀਂ ਸਾਰਾ ਕੁਝ ਉਹ ਪ੍ਰਾਇਮਰੀ ਤੋਂ ਲੈ ਕੇ ਸੈਂਟਰ ਯੂਨੀਵਰਸਿਟੀ ਪੱਧਰ ਦੀ ਐਜੂਕੇਸ਼ਨ ਸਾਰਾ ਟੋਟਲ ਸੈਂਟਰਲਾਈਜੇਸ਼ਨ ਕਰ ਰਹੇ ਨੇ ਜੀ। ਵੀ ਰਾਜ ਸਰਕਾਰ ਕੋਈ ਕਿਤਾਬਾਂ ਛਾਪਣ ਦਾ ਕੰਮ, ਸਿਲੇਬਸ ਬਣਾਉਣ ਦਾ ਕੰਮ, ਕਨਕਰੈਂਟ ਲਿਸਟ ਮੁਤਾਬਕ ਅਧਿਕਾਰ ਉਹਨਾਂ ਨੂੰ ਓਨੇ ਹੈਗੇ ਨੇ। ਪਰ ਇਸ ਪਾਲਿਸੀ ਨੇ ਡਿਸਾਈਡ ਕੀਤਾ ਹੋਇਆ ਹੈ ਕਿ ਪ੍ਰੀ ਪ੍ਰਾਇਮਰੀ ਤੋਂ ਲੈ ਕੇ, ਪ੍ਰੀ ਪ੍ਰਾਇਮਰੀ ਦਾ ਵੀ ਕਨਸੈਪਟ ਇਹਦੇ 'ਚ ਆਇਆ ਹੋਏਗਾ, ਪ੍ਰੀ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਸਾਰੀ ਐਜੂਕੇਸ਼ਨ ਦਾ ਜਿਹੜਾ ਉਹ ਫਰੇਮਵਰਕ ਹੈ, ਪਾਠਕ੍ਰਮ ਬਣਾਉਣਾ, ਕਿਤਾਬਾਂ ਛਾਪਣੀਆਂ, ਸਿਲੇਬਸ ਬਣਾਉਣੇ, ਸਿੱਖਿਆ ਵਿਧੀ ਬਣਾਉਣੀ, ਸਿੱਖਿਆ ਦੀਆਂ ਮੋਡਿਊਲ ਬਣਾਉਣੇ, ਸਿੱਖਿਆ ਸਿਲੇਬਸ ਕੀ ਹੋਵੇ, ਕਿਵੇਂ ਪੜ੍ਹਾਉਣਾ ਹੈ, ਇਹ ਸਾਰਾ ਕੁਝ ਜਿਹੜਾ ਹੈਗਾ ਉਹ ਸੈਂਟਰਲਾਈਜੇਸ਼ਨ ਜਿਹੜੀ ਹੈ NCERT ਦੇ ਅੰਡਰ ਹੋਏਗਾ, ਉਹ ਡਿਸਾਈਡ ਕਰੂਗੀ। ਇਹ ਗੱਲ ਜਿਹੜੀ ਬੇਸਿਕ ਤਬਦੀਲੀ ਹੈ, ਜਿਹੜੀ ਪਹਿਲਾਂ ਸਟੇਟਾਂ ਦੇ ਅਧਿਕਾਰ ਛੱਡ ਕੇ ਤੇ ਆਪਣਾ ਜੇ ਸਟੇਟਾਂ ਦੇ ਅਧਿਕਾਰਾਂ ਨੂੰ ਬਾਈਪਾਸ ਕਰਕੇ ਉਹ ਸੈਂਟਰ ਨੇ ਆਪਣੇ ਕਰ ਲਿਆ। ਕਿਉਂ, ਕੀ ਪੜ੍ਹਾਉਣਾ ਹੈ, ਫਿਰ ਉਹ ਸਿਲੇਬਸ ਉਹਨਾਂ ਨੇ ਇੱਕ ਪੈਟਰਨ ਕਰਤਾ। ਇਹ ਜਿਹੜੀ ਸਾਡੀ ਸਿੱਖਿਆ ਹੈਗੀ ਆ, ਇੱਕ ਪਾਸੇ ਉਹ ਕਹਿ ਰਹੇ ਵੀ ਇਹ ਅਮਰੀਕਨ ਮਾਡਲ ਅਸੀਂ ਲਾਗੂ ਕਰ ਰਹੇ ਹਾਂ, ਤੇ ਸੱਚੀ ਜੋ ਕੁਛ ਉਹ ਚੱਲ ਉੱਥੇ ਇਹੋ ਜਿਹਾ ਕੁਛ ਹੈ। ਇੱਕ ਪਾਸੇ ਤਾਂ ਉਹ ਫੋਰਨ ਯੂਨੀਵਰਸਿਟੀਆਂ ਵਾਲਾ ਮਾਡਲ ਲਾਗੂ ਕਰ ਰਹੇ ਨੇ, ਦੂਜੇ ਪਾਸੇ ਕਹਿ ਰਹੇ ਨੇ ਵੀ ਇਹ ਸਿੱਖਿਆ ਜਿਹੜੀ ਹੈ ਅਸੀਂ ਸਾਡੀਆਂ ਭਾਰਤੀ ਪਰੰਪਰਾਵਾਂ ਨੇ ਜਿਹੜੀਆਂ, ਸਿੱਖਿਆ ਦਾ ਅਸੀਂ ਭਾਰਤੀਕਰਨ ਕਰਨਾ। ਉਹ ਭਾਰਤੀਕਰਨ ਕਰਨ ਵਾਸਤੇ ਵੀ ਜਿਹੜੀਆਂ ਸਿੱਖਿਆ ਦੀਆਂ ਪਰੰਪਰਾਵਾਂ ਕੀ ਨੇ, ਜਾਂ ਸਿੱਖਿਆ ਕਿਸ ਤਰ੍ਹਾਂ ਦੇਣੀ ਹੈ, ਸਿਲੇਬਸ ਜਿਹੜੇ ਹੈਗੇ ਆ ਵੀ ਅਸੀਂ ਕਿਸ ਤਰ੍ਹਾਂ ਬਦਲਣਾ ਹੈ, ਉਹ ਸਾਰਾ ਕੁਝ ਸਿੱਖਿਆ, ਉਹ ਸਿਲੇਬਸ ਤਬਦੀਲ ਕਰਨ ਦਾ ਜਿਹੜਾ ਸਿਸਟਮ ਸ਼ੁਰੂ ਕੀਤਾ ਹੋਇਆਗਾ, ਉਹ ਯਾਨੀ ਮਤਲਬ ਵੀ ਇੱਕ ਪਾਸੇ ਉਹ ਕਿਹਾ ਜਾ ਰਿਹਾ, ਦੂਜੇ ਪਾਸੇ
ਇਸ ਨਾਂ ਤੇ, ਕਿਉਂਕਿ ਫਿਰ ਉਹ ਨਾਲ ਇਹ ਦੂਜਾ ਪਾਰਟ ਉਹਦਾ ਬਹੁਤ ਜ਼ਰੂਰੀ ਹੈ। ਸੈਂਟਰ ਤੁਸੀਂ ਲਾਗੂ ਤਾਂ ਕਰ ਸਕੋਗੇ ਜੇ ਤੁਹਾਡੇ ਹੱਥ 'ਚ ਸੈਂਟਰਲਾਈਜ਼ ਹੋਊ ਸਾਰਾ ਸਿਸਟਮ। ਸਿਲੇਬਸ ਤੁਸੀਂ ਜੇ ਰਾਜਾਂ ਨੂੰ ਸਿਲੇਬਸ ਦਿਓਗੇ, ਰਾਜਾਂ 'ਚ ਅੱਡ-ਅੱਡ ਪਾਰਟੀਆਂ ਦੀ ਸਰਕਾਰਾਂ ਨੇ ਕੋਈ ਕਿਸ ਤਰ੍ਹਾਂ, ਸਾਰੇ ਸਟੇਟਾਂ ਨੇ ਆਪਣੇ ਆਪਣੇ ਕਰਨਾ, ਜਾਂ ਐਂ ਕਹਿ ਲਓ ਵੀ ਸਿੱਖਿਆ ਦਾ ਮਤਲਬ ਵੀ ਇਹ ਹੈ ਵੀ ਤੁਸੀਂ ਆਪਦੇ ਉਸ ਖਿੱਤੇ ਦੇ ਮੁਤਾਬਕ ਉਹ ਸਿਲੇਬਸ ਹੋਵੇ, ਕਿਤਾਬਾਂ ਦਾ ਰੂਪ ਰੇਖਾ ਇਹੋ ਜਿਹੀ ਹੋਵੇ ਤਾਂ ਕਿ ਬੱਚੇ ਉਸ ਏਰੀਏ 'ਚ ਸਮਝ ਸਕਦੇ ਹੈ। ਇਹਨਾਂ ਨੇ ਸਾਰਾ ਟੋਟਲ ਸੈਂਟਰਲਾਈਜ਼ ਕਰਕੇ ਵੀ ਤੁਸੀਂ ਸਾਰੇ ਹਿੰਦੁਸਤਾਨ ਨੂੰ ਇੱਕੋ ਤਰੀਕੇ ਨਾਲ ਮਤਲਬ ਜਿਹੜਾ ਹੈਗਾ ਸਾਰਾ ਅਪਣਾਉਣਾ ਹੈ। ਉਹ ਇੱਕ ਵੱਡਾ ਕਾਰਜ ਜਿਹੜਾ ਹੁਣ ਇਸ ਸਿੱਖਿਆ ਨੀਤੀ ਨੇ ਕਿਹਾ ਹੋਇਆ। ਤੁਸੀਂ ਉਹਨਾਂ ਦੇ ਉਹਦਾ ਪ੍ਰੀਫੇਸ ਜਾਂ ਉਹਦੀ ਜਿਹੜੀ ਪ੍ਰੀਐਂਬਲ ਦਿੱਤਾ ਹੋਇਆ ਉਹ ਪੜ੍ਹੋ, ਉਹਦੇ ਵਿੱਚ ਹੀ ਜ਼ਿਕਰ ਕੀਤਾ ਹੈ ਵੀ ਸਿੱਖਿਆ ਜਿਹੜੀ ਅਸੀਂ ਭਾਰਤੀ ਕਦਰਾਂ ਕੀਮਤਾਂ ਦੇ ਮੁਤਾਬਕ ਉਹ ਸਿਖਾਉਣੀ ਹੈ। ਭਾਰਤੀ ਪਰੰਪਰਾ ਕੀ ਹੈ, ਭਾਰਤੀ ਈਥੋਸ ਕੀ ਨੇ, ਕੋਈ ਸੱਭਿਆਚਾਰ ਕੀ ਹੈ, ਹੋਰ ਇਹ ਸਾਰਾ ਕਰਨਾ ਹੈ। ਟੀਚਰਾਂ ਨੂੰ ਵੀ ਸਿਖਾਉਣਾ ਤੇ ਇਹਨਾਂ ਨੂੰ ਵੀ ਸਿਖਾਉਣਾ। ਇਹ ਕੰਡੀਸ਼ਨਾਂ